ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖੈਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਸਭ ਤੋਂ ਪਹਿਲਾਂ ਖੈਰਾ ਸਾਹਿਬ, ਆਪਾਂ ਆਪਣੇ ਦਰਸ਼ਕਾਂ ਨੂੰ ਇੱਕ ਖੁਸ਼ਖਬਰੀ ਦੇ ਦਈਏ ਕਿ ਕੈਨੇਡਾ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਇੱਕ ਘੋਸ਼ਣਾ ਕੀਤੀ ਹੈ ਕਿ 1 ਅਕਤੂਬਰ ਸਨ 2022 ਤੋਂ ਜਿਹੜੀਆਂ ਉਹ ਕੋਵਿਡ ਵਾਇਰਸ 19 ਦੀਆਂ ਸਾਰੀਆਂ ਸ਼ਰਤਾਂ ਸੀ, ਹੈ ਨਾ, ਟੈਸਟਿੰਗ ਜ਼ਰੂਰੀ ਹੈ, ਉਸ ਤੋਂ ਆਈਸੋਲੇਸ਼ਨ ਜ਼ਰੂਰੀ ਹੈ, ਕੁਆਰੰਟਾਈਨ ਹੋਣਾ ਜ਼ਰੂਰੀ ਹੈ, ਉਹ ਸਾਰੀਆਂ ਵਾਪਸ ਲੈ ਰਹੇ ਨੇ ਕਿਉਂਕਿ ਮੌਤ ਦਰ ਘਟ ਰਹੀ ਹੈ, ਕੇਸਿਸ ਘਟ ਰਹੇ ਨੇ, ਮਤਲਬ ਸੁਧਾਰ ਹੋ ਰਿਹਾ। WHO ਨੇ ਪਹਿਲਾਂ ਹੀ ਕਿਹਾ ਸੀਗਾ ਕਿ ਹਜੇ ਬਿਮਾਰੀ ਦੂਰ ਨਹੀਂ ਹੋਈ, ਹਜੇ ਖਤਰੇ ਬਣੇ ਹੋਏ ਨੇ, ਰਿਸਕ ਬਣੇ ਹੋਏ ਨੇ, ਲੇਕਿਨ ਕਾਬੂ ਵਿੱਚ ਹੈ, ਕੰਟਰੋਲ ਵਿੱਚ ਹੈ, ਟੀਕਾਕਰਨ ਜਾਰੀ ਹੈ, ਇਹਤਿਆਤ ਰੱਖ ਰਹੇ ਨੇ ਲੋਕ। ਇਸ ਕਰਕੇ ਖੁੱਲ੍ਹ ਦਿੱਤੀ ਜਾਵੇ ਤਾਂ ਕਿ ਬਿਜ਼ਨਸ ਨੂੰ ਫਿਰ ਤੋਂ ਉਸ ਟਰੈਕ 'ਤੇ ਲਿਆਂਦਾ ਜਾਵੇ ਜੋ ਇਸ ਕੋਵਿਡ-19 ਤੋਂ ਪਹਿਲਾਂ ਸੀਗਾ। ਉਹ ਸਾਰੀਆਂ ਅਰਥ ਵਿਵਸਥਾਵਾਂ ਦੁਨੀਆ ਦੀਆਂ ਜਿਹੜੀਆਂ ਖੇਰੂ ਹੋਈਆਂ ਪਈਆਂ ਨੇ, ਮੁੜ ਤੋਂ ਟਰੈਕ 'ਤੇ ਆਉਣ, ਲੋਕਾਂ ਦਾ ਜਨ ਜੀਵਨ ਸਹੀ ਹੋਵੇ, ਲੋਕਾਂ ਦੇ ਕੋਲ ਰੋਜ਼ਗਾਰ ਹੋਵੇ, ਪਰਿਵਾਰ ਖੁਸ਼ਹਾਲ ਹੋਣ ਜਿਵੇਂ ਪਹਿਲਾਂ ਸੀ, ਔਰ ਬਾਕੀ ਨੋਰਮਲ ਜ਼ਿੰਦਗੀ ਵਾਪਸ ਟਰੈਕ 'ਤੇ ਆ ਸਕੇ। ਵਾਕਈ ਤੁਹਾਡੀ ਗੱਲ ਬੜੀ ਦਰੁਸਤ ਹੈ ਵੀ ਹੁਣ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਬੜਾ ਕੁਝ ਝੱਲਿਆ, ਤਕਰੀਬਨ 2 ਸਾਲ ਅਸੀਂ ਇੱਦਾਂ ਦੀਆਂ ਚੀਜ਼ਾਂ ਝੱਲੀਆਂ ਨੇ ਜਿਹੜੀਆਂ ਅਸੀਂ ਕਦੇ ਸੋਚੀਆਂ ਨਹੀਂ ਸੀ ਜ਼ਿੰਦਗੀ ਦੇ ਵਿੱਚ। ਪਹਿਲਾਂ ਕਹਿੰਦੇ ਸੀ ਉਹ ਸਪੈਨਿਸ਼ ਫਲੂ ਆਇਆ ਸੀ ਇੱਕ ਵਾਰੀ, ਉਹ ਵੀ ਐਡਾ ਘਾਤਕ ਨਹੀਂ ਸੀਗਾ ਕਿਉਂਕਿ ਉਹ ਸਾਡੀ ਮੁਲਕਾਂ ਦੇ ਵਿੱਚ ਘੱਟ ਸੀ ਉਹਦੀ। ਅਸੀਂ ਤਾਂ ਜਦੋਂ ਪਹਿਲਾਂ ਜ਼ਮਾਨੇ 'ਚ ਸੁਣਦੇ ਹੁੰਦੇ ਸੀ ਵੀ ਚੇਚਕ ਆ ਗਿਆ, ਪਲੇਗ ਫੈਲ ਗਈ, ਉਹ ਸੁਣਦੇ ਹੁੰਦੇ ਸੀਗੇ। ਫਿਰ ਜਦੋਂ ਹੁਣ ਕਰੋਨਾ ਆਊਟਬ੍ਰੇਕ ਹੋਇਆ, ਕਰੋਨਾ ਫੈਲਿਆ, ਤਾਂ ਫਿਰ ਸਾਡੇ ਕੋਲੇ ਇੱਕ ਨਿਊਜ਼ ਆ ਗਈ ਵੀ ਇੱਕ ਹੋਰ ਵੱਡਾ ਇਹਦੇ ਵਰਗਾ ਹੀ ਸੀਗਾ, ਇੱਕ ਸਪੈਨਿਸ਼ ਫਲੂ ਕਰਕੇ ਸੀਗਾ, ਉਹ ਤੋਂ ਬਾਅਦ ਇਹ ਦੂਸਰਾ ਆ। ਹੁਣ ਗੱਲ ਇਹ ਆ ਕਿ ਸਾਡੇ ਪੰਜਾਬ 'ਚੋਂ, ਭਾਰਤ 'ਚੋਂ ਕੈਨੇਡਾ ਲੋਕੀ ਬਹੁਤ ਜਾਂਦੇ ਆ। ਕੈਨੇਡਾ ਨੇ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਲਾਤੀਆਂ। ਤੁਸੀਂ ਦੇਖੋ ਜਿਹੜਾ ਟੂਰਿਸਟ ਵੀਜ਼ਾ ਇੱਕ 15 ਦਿਨਾਂ ਦੀ ਉਹਦੀ ਜਾਂ 20 ਦਿਨਾਂ 'ਚ ਆ ਜਾਂਦਾ ਸੀਗਾ, ਮਤਲਬ ਉਹਦੀ ਪ੍ਰੋਸੈਸਿੰਗ ਹੁੰਦੀ ਸੀ, ਉਹਨੂੰ ਹੁਣ 1.5 ਸਾਲ 6 ਮਹੀਨੇ, ਕਈਆਂ ਦੇ ਤਾਂ ਇਦੋਂ ਜ਼ਿਆਦਾ ਸਮਾਂ ਲੱਗਦਾ। ਬੈਕਲੌਗ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਕੋਲੇ। ਸਟੂਡੈਂਟ ਦਾ ਰਿਜੈਕਸ਼ਨ ਕੇਸਿਸ ਬਹੁਤ ਜ਼ਿਆਦਾ ਆਉਣ ਲੱਗ ਪਏ। ਸੋ ਇਹ ਆਪਣੇ ਆਪ ਦੇ ਵਿੱਚ ਇੱਦਾਂ ਦੀ ਐਸੋਸੀਏਸ਼ਨ ਸੀ ਜਿਹਨੂੰ ਲੱਗਦਾ ਸੀ ਕਿ ਯਾਰ ਇਹ ਪਤਾ ਨਹੀਂ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਨੂੰ, ਹੈ ਨਾ। ਇੱਕ ਉਹ ਹਾਲਾਤ ਬਣ ਗਏ ਕਿ ਜਿੱਦਾਂ ਅਸੀਂ ਸੋਚਿਆ ਹੀ ਨਹੀਂ ਸੀ ਸੀਗਾ। ਤੇ ਬਟ ਇਹ ਵੀ ਅੱਛਾ ਹੈ ਕਿ ਹੁਣ ਇਸ ਵਕਤ ਉਹਨਾਂ ਨੇ ਕਾਫੀ ਖੁੱਲ੍ਹ ਦਿੱਤੀ ਹੈ ਤੇ ਸਟੂਡੈਂਟਸ ਨੂੰ ਕਾਫੀ ਰਾਹਤ ਵੀ ਮਿਲੇਗੀ। ਤੇ ਹੁਣ ਉਮੀਦ ਹੈ ਕਿ ਜਲਦੀ ਵੀਜ਼ਾ ਆਉਣਗੇ। ਕਿਉਂਕਿ ਸਾਡੇ ਤੋਂ ਇਮੀਗ੍ਰੇਸ਼ਨ ਵਾਲੇ ਜ਼ਿਆਦਾ ਹੁੰਦੇ ਨੇ, ਫਿਰ ਉਹਨਾਂ ਨੂੰ ਹੁੰਦਾ ਕਿ ਜਲਦ ਤੋਂ ਜਲਦ ਜਿਹੜੇ ਸਾਨੂੰ ਰਾਹਤ ਮਿਲ ਜਾਵੇ ਕਿਸੇ ਕੰਮਾਂ ਦੇ ਵਿੱਚ, ਕਿਉਂਕਿ ਕਾਫੀ ਦੇਰ ਹੋ ਗਈ ਨਾ, ਉਹਨਾਂ ਦਾ ਫਿਊਚਰ ਵੀ ਅਟਕਿਆ ਪਿਆ ਕਿ ਕੀ ਬਣੇਗਾ, ਸਟੱਡੀਜ਼ ਦਾ ਕੀ ਬਣੇਗਾ। ਕਿਉਂਕਿ ਹਰ ਬੰਦਾ ਸੁਪਨਾ ਇਹ ਲੈ ਕੇ ਜਾਂਦਾ ਕਿ ਕੈਨੇਡਾ ਜਾਣਾ, ਪਰਤ ਕੇ ਨਹੀਂ ਆਉਣਾ, ਉੱਥੇ ਸੈਟ ਹੋ ਜਾਣਾ। ਤੇ ਕੈਨੇਡਾ ਨੇ ਸਾਨੂੰ ਸਾਂਭਿਆ ਵੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਜੇ ਤੁਸੀਂ ਚਲੋ ਆਪਾਂ ਪਾਰਟਿਕੂਲਰ, ਮੈਂ ਦੁਆਬੇ ਤੋਂ ਆਉਣਾ, ਦੁਆਬੇ ਵਾਲਾ ਏਰੀਆ ਜਿਹੜਾ ਆ, ਉੱਥੇ ਆਪਾਂ ਕਹਿੰਦੇ ਹਾਂ ਕਿ ਅਸੀਂ ਬਹੁਤ ਘੱਟ ਜ਼ਮੀਨਾਂ ਵਾਲੇ ਕਿਸਾਨ ਵੀ ਦੇਖੇ ਆ, ਪਰ ਖੁਸ਼ਹਾਲ ਤੁਸੀਂ ਦੇਖੋ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਦੁਆਬਾ ਹੀ ਆ, ਕਿਉਂਕਿ ਦੁਆਬੇ ਦੇ ਵਿੱਚ ਜਿਹੜੀ ਫੋਰਨ ਮਨੀ ਹੈ ਨਾ, ਉਹ ਬਹੁਤ ਫਲੋ ਕਰਦੀ ਹੈ। ਉਹਦਾ ਕਾਰਨ ਇਹੀ ਹੈ। ਅੱਛੀ ਇੱਕ ਖਬਰ ਹੈ। ਸੋ ਸਾਡੇ ਦਰਸ਼ਕ ਜੋ ਇੰਟਰਸਟਿਡ ਨੇ ਕੈਨੇਡਾ ਜਾਣ ਦੇ ਵਿੱਚ ਔਰ ਆਪਣੇ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਨੇ, ਹੁਣ ਖੁੱਲ੍ਹ ਹੈ। ਵੈਸੇ ਸੰਜੀਵ ਜੀ, ਇੱਥੇ ਕੌਣ ਨਹੀਂ ਇੰਟਰਸਟਿਡ? ਕਹਿੰਦੇ ਉਹਨਾਂ ਵੀ ਇੱਕੋ ਸੁਪਨਾ, ਉਹ ਵੀ ਟੇਢਾ ਜਾਣਾ ਕਿੱਥੇ, ਕੈਨੇਡਾ। ਉਹ ਸਾਰੇ ਉੱਥੇ ਜਾਣ ਨੂੰ ਸਾਰੇ ਇੰਟਰਸਟਿਡ ਹੈ। ਪੰਜਾਬ ਖਾਲੀ ਹੋ ਜਾਣਾ ਤਕਰੀਬਨ ਹੋ ਹੀ ਗਿਆ ਹੈ। ਚਲੋ ਆਪਾਂ ਅੱਗੇ ਵਧਦੇ ਹਾਂ। ਇਸ ਖੁਸ਼ਖਬਰੀ ਤੋਂ ਬਾਅਦ ਇੱਕ ਹੋਰ ਹੁਣ ਪੰਜਾਬ ਦੇ ਵਿੱਚ ਜਿਹੜਾ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ, ਇਜਲਾਸ ਬੁਲਾਇਆ ਗਿਆ ਹੈ, ਔਰ ਕਾਫੀ ਖੱਪਖਾਨਾ ਪਹਿਲਾਂ ਵੀ ਰਿਹਾ, ਕੈਂਸਲ ਹੋਇਆ, ਫਿਰ ਦੁਬਾਰਾ ਡੇਟ ਫਿਕਸ ਕੀਤੀ ਗਈ, ਸ਼ਕਤੀ ਪ੍ਰਦਰਸ਼ਨ ਹੋਇਆ, ਮੀਟਿੰਗਸ ਹੋਈਆਂ, ਪ੍ਰੈਸ ਕਾਨਫਰੰਸ ਹੋਈ, ਲੋਕਤੰਤਰ ਦਾ ਕਾਣ ਹੋ ਗਿਆ, ਬਹੁਤ ਸਟੇਟਮੈਂਟਸ ਆਈਆਂ। ਔਰ ਕਈ ਤਾਂ ਹੁਣ ਵੀ ਵਿਰੋਧੀ ਧਿਰ ਕਹਿ ਰਹੇ ਨੇ, ਬਾਜਵਾ ਸਾਹਿਬ ਹਜੇ ਵੀ ਕਹਿ ਰਹੇ ਨੇ ਕਿ ਇਹ ਗੈਰ ਸੰਵਿਧਾਨਿਕ ਹੈ, ਸੰਵਿਧਾਨ ਦਾ ਕਤਲ ਕਰ ਰਹੇ ਹੋ ਤੁਸੀਂ, ਜਿਹੜਾ ਇਹ ਸਪੈਸ਼ਲ ਇਜਲਾਸ ਬੁਲਾਇਆ ਹੈ, ਇਹਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੋ। ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਨਹੀਂ ਦੇਖੋ ਸੰਜੀਵ ਜੀ, ਇਹਦੇ 'ਚ ਕੋਈ ਦੁਰਾਏ ਨਹੀਂ ਹੈਗਾ। ਦੇਖੋ ਪੰਜਾਬ ਦਾ ਪੈਸਾ ਤੇ ਸਾਰੀਆਂ ਪਾਰਟੀਆਂ ਨੇ ਖਰਾਬ ਕੀਤਾ, ਬਿਲਕੁਲ ਕੀਤਾ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਤੇ ਚਾਹੇ ਹੁਣ ਇਹ ਆਮ ਆਦਮੀ ਪਾਰਟੀ ਹੈ। ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਦੇਖੋ ਇਹ ਹੈਗਾ ਤੇ ਸ਼ਕਤੀ ਪ੍ਰਦਰਸ਼ਨ ਹੀ ਹੈ। ਕਿਉਂਕਿ ਜਿਹੜਾ ਇਹਨਾਂ ਨੇ ਪਹਿਲਾਂ 2 ਟੁੱਕ ਵਾਲਾ 22 ਵਾਲਾ 24 ਵਾਲਾ ਕਹਿੰਦੇ ਜੀ ਇਜਲਾਸ ਬੁਲਾਇਆ ਸੀਗਾ, ਉਹਦੇ ਵਿੱਚ ਵੀ ਇਹੀ ਕੁਝ ਸੀਗਾ। ਹੁਣ ਇਹਦਾ ਮਤਲਬ ਇਹੀ ਆ ਕਿ ਸਾਡੇ ਕੋਲੇ ਅਸੀਂ ਅੱਖਾਂ 'ਚ ਧੋਖਾ ਪਾਉਣ ਦੇ ਲਈ, ਅੱਖਾਂ 'ਚ ਧੂੜ ਪਾਉਣ ਦੇ ਲਈ ਅਸੀਂ ਮੁੱਦੇ ਹੋਰ ਲੈ ਲਏ ਆ। ਇਜਲਾਸ ਸਾਡਾ ਉਸੇ ਕੰਮ ਨੂੰ ਆ। ਅੱਜ ਸਵੇਰੇ ਜਦੋਂ ਇਜਲਾਸ ਚੱਲਿਆ ਤੇ ਜਿੰਨਾ ਹੰਗਾਮਾ ਆਪਾਂ ਕਹਿ ਲਈਏ ਕਿ ਇਜਲਾਸ ਨੂੰ ਇੱਥੇ ਤੱਕ ਲਿਆਉਣ ਲਈ ਹੋਇਆ ਨਾ, ਅੱਜ ਸਵੇਰ ਤੋਂ ਵੀ ਇਜਲਾਸ ਦੇ ਵਿੱਚ ਇਹ ਕੁਝ ਚੱਲ ਰਿਹਾ, ਰੋਕਣ ਵਾਸਤੇ ਹੋਇਆ। ਇਹ ਪਹਿਲਾਂ ਹੀ ਮੀਟਿੰਗਸ, ਉਦੋਂ ਵਾਕਆਊਟ ਕਰਾਂਗੇ, ਉਹਨੂੰ ਬੋਲਣ ਨਹੀਂ ਦੇਣਾ। ਨਹੀਂ ਚਲੋ ਹੁੰਦਾ ਤੇ ਸਟ੍ਰੈਟਜੀਜ਼ ਤਾਂ ਇਹੀ ਹੁੰਦੀਆਂ ਸਾਰੀਆਂ ਸਟ੍ਰੈਟਜੀ ਹੈ, ਬਟ ਇਹ ਸਟ੍ਰੈਟਜੀ ਕਿਸੇ ਵੀ ਤਰੀਕੇ ਨਾਲ ਨਾ ਤਾਂ ਇਜਲਾਸ ਦੇ ਹੱਕ ਦੇ ਵਿੱਚ, ਮਤਲਬ ਚਲੋ ਬੁਲਾਇਆ ਹੈ ਹੁਣ ਉਹਨੂੰ ਚੱਲਣ ਦਈਏ, ਨਾ ਪੰਜਾਬ ਦੇ ਹੱਕ ਦੇ ਵਿੱਚ। ਗੱਲ ਉਹੀ ਆਂਦੀ, ਵੇਸਟ ਆਫ ਮਨੀ, ਵੇਸਟ ਆਫ ਟਾਈਮ। ਦੇਖੋ ਜਦੋਂ ਆਪਾਂ ਕਹਿੰਦੇ ਹੁੰਦੇ ਨਾ ਕਿ ਤੁਹਾਡੇ ਕੋਲੇ ਬੜੀ ਸਾਰੀ ਮੈਜੋਰਿਟੀ ਹੈ, 117 ਸੀਟਾਂ ਨੇ, 92 ਦੀ ਸਰਕਾਰ ਆ, 92 ਇਹਨਾਂ ਦੇ ਕੋਲ ਨੇ, ਹੈ ਨਾ, ਮਤਲਬ ਜੇ ਭਗਵੰਤ ਮਾਨ ਹੁਣਾਂ ਨੂੰ ਵੀ ਪਾ ਲਈਏ,
ਜੇ ਇਹਨਾਂ ਨੇ ਕੋਈ ਡਿਸੀਜਨ ਲੈਣਾ ਆ ਤੇ ਇਹ ਤਾਂ ਕਲੈਕਟਿਵਲੀ ਕੋਈ ਵੀ ਡਿਸੀਜਨ ਲੈ ਸਕਦੇ ਆ ਜਿਹੜਾ ਪੰਜਾਬ ਦੇ ਵੈਲਫੇਅਰ ਲਈ ਆ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਡਿਸੀਜਨ ਲੈ ਸਕਦੀ ਹੈ, ਕਿਉਂਕਿ ਇਹ ਮੋਦੀ ਸਾਹਿਬ ਦੇ ਬੜੇ ਐਂਟੀ ਨੇ। ਕਹਿੰਦੇ ਜੀ ਮੋਦੀ ਸਾਹਿਬ ਤਾਂ ਰਾਤੋਂ ਰਾਤ ਹੀ ਕੋਈ ਨਾ ਕੋਈ ਡਿਸੀਜਨ ਲਾ ਦਿੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ ਡੈਮੋਕ੍ਰੇਸੀ ਦਾ ਘਾਣ ਕਰੀ ਜਾਂਦੇ, ਉਹਨਾਂ ਕੋਲੇ ਫੁੱਲ ਫਲੈਜ ਮੈਜੋਰਿਟੀ ਹੈ, ਕਿਹਨੇ ਸਵਾਲ ਚੁੱਕਣਾ ਹੈ ਨਾ, ਸੂ ਮੋਟੋ ਜਿਹਾ ਲੈ ਕੇ। ਹੁਣ ਇਹ ਚੰਗੇ ਕੰਮਾਂ ਲਈ ਤਾਂ ਇਦਾਂ ਕਰ ਹੀ ਸਕਦੇ ਆ, ਬਿਲਕੁਲ ਕਰ ਸਕਦੇ ਨੇ, ਬੜਾ ਕੁਝ ਹੈ। ਉਹ ਇਹ ਹੈ ਕਿ ਇਹ ਸ਼ਕਤੀ ਪ੍ਰਦਰਸ਼ਨ ਸੀਗਾ ਅੱਜ ਵਾਲਾ। ਸਵੇਰੇ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਸ਼ਕਤੀ ਪ੍ਰਦਰਸ਼ਨ ਹੀ ਕਰਾਇਆ। ਫਿਰ ਸਾਨੂੰ ਪਤਾ ਹੈ ਕਿ ਕਾਂਗਰਸ ਨੇ ਕੀ ਕੀਤਾ, ਬੀਜੇਪੀ ਨੇ ਕੀ ਕੀਤਾ। ਕਾਂਗਰਸ ਤੇ ਵਾਕਆਊਟ ਕਰ ਗਈ, ਅਕਾਲੀ ਦਿੱਲੀ ਉੱਦਾਂ ਗ੍ਰਿਫਤਾਰੀਆਂ ਦੇਣ ਨੂੰ ਤੁਰੇ ਫਿਰਦੇ ਸੀਗੇ। ਉਹ ਹੁਣ ਵੀ ਹੁਣ ਤਾਂ ਆਪਾਂ ਨੂੰ ਕਰਦੇ ਕਰਦੇ ਦੁਪਹਿਰਾਂ ਵੱਜ ਗਿਆ, ਆਪਾਂ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਤੇ ਇਹ ਹੁਣ ਦੁਪਹਿਰ ਤੱਕ ਮੁਲਤਵੀ ਕਰਤਾ ਸੀਗਾ ਤੇ ਹੁਣ ਇਹ ਦੁਬਾਰਾ ਚੱਲਣਾ। ਔਰ ਕਹਿੰਦੇ ਨੇ ਕਿ ਜਿਹੜੇ 16 ਮੁੱਦੇ ਨੇ ਉਹ ਵੀ ਵਿਰੋਧੀ ਧਿਰ ਚੁੱਕਣਾ ਚਾਹੁੰਦੀ ਹੈ, ਜਿਹਦੇ ਵਿੱਚ ਬਿਜਲੀ ਸੰਕਟ, ਜਿਹਦੇ ਵਿੱਚ ਔਰਤਾਂ ਨੂੰ 1000 ਰੁਪਇਆ 18 ਸਾਲ ਦੀ ਤੋਂ ਉੱਪਰ ਉਮਰ ਦੀ ਤੋਂ ਹਰ ਮਹਿਲਾ ਨੂੰ ਦੇਣਾ, ਉਹ ਵੀ ਗੱਲ ਹੋਏਗੀ। ਲੰਪੀ ਸਕਿਨ ਦੀ ਗੱਲ ਹੋਏਗੀ ਜਿਹੜੀ ਪਸ਼ੂਆਂ ਨੂੰ ਹੋਈ ਹੈ, ਗੁਲਾਬੀ ਸੁੰਡੀ ਦੀ ਗੱਲ ਹੋਏਗੀ। ਲੋਕਲ ਜਿਹੜੀਆਂ ਬਾਡੀਜ਼ ਬੈਠੀਆਂ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਸੀ ਬੜੇ ਇਖਤਿਆਰਾਤ ਦੇਵਾਂਗੇ ਤਾਂ ਕਿ ਉਹ ਆਪਣੇ ਤਰ੍ਹਾਂ ਫੰਕਸ਼ਨ ਕਰ ਸਕਣ, ਉਹਦਾ ਕੀ ਬਣਿਆ? ਨੋਡਲ ਆਫਿਸਰਸ ਜਿਹੜੇ ਬਣਾਉਣਾ ਚਾਹੁੰਦੇ ਸੀ ਉਹਦਾ ਕੀ ਬਣਿਆ? ਖੇਤੀਬਾੜੀ ਦੇ ਮੁੱਦਿਆਂ ਦੇ ਉੱਤੇ ਕੀ ਬਣਿਆ? SYL ਦਾ ਕੀ ਬਣਿਆ? ਕਿਸਾਨ ਅੰਦੋਲਨ ਦੇ ਮਾਈ ਗੋਡ 16 17 18 20 ਮੁੱਦੇ ਲੈ ਕੇ ਮੈਨੂੰ ਇਹ ਲੱਗਦਾ ਵੀ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਸੰਜੀਵ ਜੀ ਇੱਕ ਗੱਲ ਚੰਗੀ ਹੋ ਗਈ। ਇਹ ਜਿਹੜੀ ਵਿਰੋਧੀ ਧਿਰ ਸੁੱਤੀ ਰਹਿੰਦੀ ਸੀਗੀ, ਜਿਹੜੇ ਕਾਂਗਰਸ ਸੀਗੇ ਜਦੋਂ ਪਿੱਛੇ ਸੱਤਾ ਭੋਗ ਕੇ ਗਏ ਆ, ਉਹਨੇ ਉਦੋਂ ਐਕਟਿਵ ਨਹੀਂ ਸੀਗੇ। ਬਿਲਕੁਲ ਹੈ। ਆ ਪ੍ਰਤਾਪ ਬਾਜਵਾ ਹੁਣੀ ਤਾਂ ਉਦੋਂ ਬੋਲਦੇ ਨਹੀਂ, ਚੀਨ ਨਹੀਂ ਸੀ ਕਰਦੇ। ਹੁਣ ਤਾਂ ਕਹਿੰਦੇ ਨੇ ਵੀ ਖੰਭ ਲੱਗ ਗਏ ਇਹਨਾਂ ਨੂੰ, ਹੈ ਨਾ, ਬੜਾ ਕੁਛ ਹੀ ਕਹਿੰਦੇ ਆ। ਹੁਣ ਇਹਨਾਂ ਨੂੰ ਸਾਰੇ ਮੁੱਦੇ ਯਾਦ ਆ। ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਵੀ ਪਤਾ ਵੀ ਜੇ ਅਸੀਂ ਇਜਲਾਸ ਬੁਲਾਉਂਦੇ ਆ ਤਾਂ ਕਿੰਨੇ ਕਰੋੜ ਦਾ ਖਰਚਾ ਹੋ ਜਾਂਦਾ। ਇਹਨਾਂ ਨੂੰ ਉਦੋਂ ਨਹੀਂ ਸੀ ਪਤਾ ਲੱਗਦਾ ਜਦੋਂ ਇਹ ਗੋਆ 'ਚ ਜਾ ਕੇ ਖਜ਼ਾਨੇ ਖਾਲੀ ਲਈ ਮੰਥਨ ਕਰਦੇ ਹੁੰਦੇ ਸੀਗੇ 5 ਸਟਾਰ ਹੋਟਲ ਉੱਥੇ ਬੁੱਕ ਕਰਕੇ। ਹੁਣ ਇਹਨਾਂ ਨੂੰ ਸਾਰਾ ਕੁਝ ਯਾਦ ਆਉਂਦਾ। ਮੈਂ ਪਹਿਲਾਂ ਵੀ ਇਹ ਕਹਿਣਾ ਰਹਿਣਾ। ਇੱਕ ਗੱਲ ਇਹ ਵੀ ਆ ਇੱਥੇ ਕਿ ਤੁਸੀਂ ਬੜੇ ਸਾਰੇ ਮੁੱਦੇ ਲਏ ਆ। ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਮੁੱਦਾ ਹੋਰ ਵਿਰੋਧੀ ਧਿਰ ਬਹੁਤ ਚੱਕਣ ਡਈ ਆ, ਜਿਹੜਾ ਤੁਸੀਂ ਪਹਿਲਾਂ ਡਿਸਕਸ ਕਰਦੇ ਸੀ, ਮੈਨੂੰ ਲੱਗਦਾ ਹੁਣ ਸਕਿਪ ਹੋ ਗਿਆ। ਰਾਘਵ ਚੱਡਾ ਨੂੰ ਪ੍ਰਧਾਨ ਤੇ ਬਣਾਤਾ। ਉਹ ਕਹਿੰਦੇ ਜੀ ਹੁਣ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਕਰਦੇ? ਤੇ ਅੰਦਰ ਖਾਤੇ ਲੋਕ ਇਹ ਵੀ ਕਹਿੰਦੇ ਆ ਵੀ ਜਿਹੜੇ ਅਹੁਦੇ ਤੇ ਲਾਇਆ ਤੇ ਭਗਵੰਤ ਮਾਨ ਹੱਲੇ ਕਿ ਜੱਕੋ ਤੱਕੋ ਕਰੀ ਜਾਂਦਾ, ਵੀ ਕਹਿੰਦਾ ਇਹਦੇ ਨਾਲ ਸਾਡੀ ਇਮੇਜ ਵਿਗੜ ਜਾਣੀ ਆ, ਆਪਾਂ ਕਿਉਂ ਇਹਨੂੰ ਲਾਉਣ ਡਏ ਆ। ਇਹਦੇ 'ਚ ਲੈ ਕੇ ਕਹਿੰਦੇ ਵੀ ਖਿੱਚੋ ਤਾਣੀ ਭਗਵੰਤ ਮਾਨ ਤੇ ਰਾਘਵ ਚੱਡਾ ਦੇ ਖਿਲਾਫ ਵੀ ਹੋ ਗਈ ਆ। ਫਿਰ ਦੂਸਰੇ ਬੰਨੇ ਲੋਕ ਗੱਲਾਂ ਇਹ ਵੀ ਕਰਦੇ ਆ ਵੀ ਟੇਕ ਓਵਰ ਕੀਤਾ ਜਾ ਰਿਹਾ ਭਗਵੰਤ ਮਾਨ ਨੂੰ, ਕਿਤੇ ਇਹ ਨਹੀਂ ਵੀ ਅਸੀਂ ਕਿੰਗ ਮੇਕਰ ਹੀ ਰਹੀਏ, ਸਾਡੀ ਕਿਤੇ ਸਾਖ ਨਾ ਥੱਲੇ ਚੱਲ ਜਾਵੇ। ਇਹ ਵੀ ਬਹੁਤ ਗੱਲਾਂ ਹੋਣ ਡਈਆਂ। ਔਰ ਇੱਕ ਗੱਲ ਕੈਪਟਨ ਸਾਹਿਬ ਨੇ ਬੜੀ ਜ਼ਬਰਦਸਤ ਕਹੀ ਹੈ ਕਿ ਜਿਹੜੇ ਵਿਧਾਇਕ ਨੇ 92 ਦੇ 92 ਉਹਨਾਂ ਬਾਰੇ ਗੱਲ ਕਹੀ ਹੈ ਕਿ ਜਿਹੜੇ ਸੰਵਿਧਾਨ ਦੇ ਮੁਤਾਬਿਕ ਜਿਹੜੇ ਅਹੁਦੇ ਤੇ ਬੈਠੇ ਨੇ ਉਹ ਸ਼ਾਇਦ ਉਹ ਅਹੁਦੇ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ, ਉਸ ਮਿਨਿਸਟਰੀ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ, ਕੰਮ ਕਿੱਦਾਂ ਕਰਨਾ ਚਾਹੀਦਾ ਉਹਨਾਂ ਨੂੰ ਸ਼ਾਇਦ ਪਤਾ ਨਹੀਂ। ਇਸ ਕਰਕੇ ਚਲੋ ਨਹੀਂ ਮੈਂ ਉਹਨਾਂ ਨੇ ਦੇਖੋ ਐਡੀ ਵੱਡੀ ਗੱਲ ਕਹੀ। ਨਹੀਂ ਦੇਖੋ ਉਹ ਗੱਲਾਂ ਦਾ ਮਤਲਬ ਨਹੀਂ ਹੈਗਾ, ਪਰ ਸੰਜੀਵ ਜੀ ਕੋਈ ਆਪਾਂ ਤੁਸੀਂ ਇਹ ਨਾ ਕਹੋ ਵੀ ਕੈਪਟਨ ਅਮਰਿੰਦਰ ਨੇ ਕਹਿ ਦਿੱਤੀਆਂ ਤੇ ਗੱਲਾਂ ਬਹੁਤ ਹੀ ਸੱਚੀਆਂ ਨੇ। ਮਤਲਬ ਇਹ ਕੈਪਟਨ ਅਮਰਿੰਦਰ ਹੁਣਾਂ ਨੂੰ ਮਤਲਬ ਪਤਾ ਸੀ, ਫਿਰ ਉਹਨਾਂ ਨੇ ਨਹੀਂ ਕੀਤਾ। ਬਿਲਕੁਲ ਅਟੈਕ ਫਰਮ ਆਲ ਸਾਈਡਸ ਜਿਹਨੂੰ ਆਪਾਂ ਕਹਿੰਦੇ ਆ। ਦੇਖੋ ਜੀ 10 ਸਾਲ ਲਗਾਤਾਰ ਰਾਜ ਕਰਕੇ ਗਏ ਹੋ ਤੁਸੀਂ। ਕੈਪਟਨ ਅਮਰਿੰਦਰ ਹੁਣਾਂ ਨੂੰ ਪੁੱਛੋ ਤੁਸੀਂ ਕਿਉਂ ਨਹੀਂ ਕੀਤਾ, ਤੁਸੀਂ ਕੀ ਕਰਦੇ ਰਹੇ ਆ? ਐਗਜ਼ੈਕਟਲੀ, ਹੈ ਨਾ। ਇਹ ਤਾਂ ਉਦੋਂ ਤਾਂ ਕਹਿੰਦੇ ਸੀ ਮੇਰੇ ਕੋਲੇ ਲਿਸਟ ਪਈ ਆ, ਮੇਰੇ ਕੋਲ ਫਾਈਲ ਪਈ ਆ 19 ਬੰਦਿਆਂ ਦੀ ਜਿਹੜੇ ਕਰਪਟ ਆ, ਤੇ ਉਹਨਾਂ 19 ਬੰਦਿਆਂ ਦੀ ਫਾਈਲ ਤੁਸੀਂ ਉੱਥੇ ਦਿੱਤੀ ਕਾਹਤੋਂ ਨਹੀਂ ਗਈ? ਨਸ਼ੇ ਦੀ ਤੁਸੀਂ ਗੁਟਕਾ ਫੜ ਕੇ ਸਹੁੰ ਖਾ ਲਈ, ਤੁਸੀਂ ਨਸ਼ਾ ਕਾਹਤੋਂ ਨਹੀਂ ਦੂਰ ਕੀਤਾ? ਰੋਜ਼ਗਾਰ ਦੇ ਨਾਂ ਤੇ ਤੁਸੀਂ ਲੋਕਾਂ ਨਾਲ ਮਜ਼ਾਕ ਕਰੀ ਜਾਂਦੇ ਸੀਗੇ, ਉਹ ਕਿਉਂ ਨਹੀਂ ਚੱਜ ਨਾ ਕੀਤਾ? ਬੜਾ ਕੁਛ ਸੀਗਾ। ਹੁਣ ਤੁਸੀਂ ਕਹਿੰਦੇ ਇਹਨਾਂ ਕੋਲੇ ਵਿਜ਼ਨ ਨਹੀਂ ਹੈਗਾ, ਇਹਨਾਂ ਕੋਲ ਪਤਾ ਨਹੀਂ ਹੈਗਾ। ਚਲੋ ਨਾ ਇਦਾਂ ਤੁਹਾਡੇ ਵਰਗੇ ਵਿਜ਼ਨ ਹੋਣ ਨਾਲੋਂ ਇਹਨਾਂ ਦੇ ਨਾ ਵਿਜ਼ਨ ਹੋਣੇ ਚੰਗੇ ਆ। ਬਿਲਕੁਲ ਦੇਖੋ ਕਿੰਨਾ ਤਗੜਾ ਵਿਜ਼ਨ ਹੈ। ਸਾਰੀ ਉਮਰ ਦੇ ਕਾਂਗਰਸੀ ਜਾ ਕੇ ਬੀਜੇਪੀ 'ਚ, ਪਹਿਲਾਂ ਵੀ ਖੈਰ ਅਕਾਲੀ ਦਲ ਵਿੱਚ ਵੀ ਗਏ ਨੇ, ਹੁਣ ਬੀਜੇਪੀ 'ਚ ਜਾ ਕੇ ਆਪਣੀ ਪਾਰਟੀ ਵੀ ਉੱਥੇ ਦੇ ਦਿੱਤੀ। ਹੁਣ ਪੰਜਾਬ ਦੇ ਵਿੱਚ ਜਿਹੜੇ ਮਾਹਿਰ ਨੇ ਉਹ ਕੀ ਮੰਨਦੇ ਨੇ ਕਿ 3 ਲੇਅਰਸ ਨੇ। ਪਹਿਲੀ ਲੇਅਰ ਦੇ ਵਿੱਚ ਤਾਂ ਸੁਪਰੀਮ CM ਨੇ ਕੇਜਰੀਵਾਲ ਸਾਹਿਬ ਪੰਜਾਬ ਦੇ, ਦੂਸਰੀ ਲੇਅਰ ਦੇ ਵਿੱਚ CM ਨੇ ਰਾਘਵ ਚੱਡਾ, ਪਰਦੇ ਦੇ ਪਿੱਛੇ ਉਹੀ CM ਨੇ ਪੰਜਾਬ ਦੇ, ਤੇ ਜਿਹੜੇ ਮਾਨ ਸਾਹਿਬ ਨੇ ਉਹ ਡਿਪਟੀ CM ਨੇ। ਸਿਰਫ ਹਰੇ ਪੈਨ ਦੇ ਨਾਲ ਸਾਈਨ ਕਰਨ ਵਾਸਤੇ ਰੱਖੇ ਹੋਏ ਨੇ। ਮੈਨੂੰ ਰਬੜ ਸਟੈਂਪ ਜਿਹਨੂੰ ਰਬੜ ਸਟੈਂਪ ਕਹਿ ਸਕਦੇ। ਮੈਂ ਤੁਹਾਡੇ ਤੋਂ ਪੁੱਛਦਾ ਵੀ ਤੁਹਾਨੂੰ ਕੀ ਲੱਗਦਾ ਵਾਕਈ ਇਹ ਚੀਜ਼ਾਂ ਚੱਲਦੀਆਂ ਆ? ਲੱਗਦਾ ਤਾਂ ਇਹੀ ਪਿਆ, ਕਿਉਂਕਿ ਤੁਸੀਂ ਦੇਖੋ ਤਾਂ ਸਹੀ ਕੰਟਰੋਲ ਕਿੱਥੋਂ ਹੁੰਦਾ ਪਿਆ। ਮਤਲਬ ਮਾਹਿਰ ਜਿਹੜੇ ਨੇ ਕਿਸੇ ਨਾ ਕਿਸੇ ਬੇਸ ਤੇ ਤਾਂ ਕੋਈ ਗੱਲ ਕਰ ਰਹੇ ਨੇ। ਔਰ ਅਸੀਂ ਵੀ ਜਿਹੜਾ ਸਾਹਮਣੇ ਦੇਖਦੇ ਪਏ ਪਿਕਚਰ, ਉਹ ਪਿਕਚਰ ਇਹੀ ਹੈ। ਅੱਜ ਤੱਕ ਪੰਜਾਬ ਦੀ ਰਾਜਨੀਤੀ 'ਚ ਸ਼ਾਇਦ ਇਦਾਂ ਦਾ ਕੰਮ ਕਦੀ ਨਹੀਂ ਹੋਇਆ ਜਿੱਦਾਂ ਦਾ ਕੰਮ ਹੁਣ ਹੁੰਦਾ ਪਿਆ, ਫੁੱਲੀ ਕੰਟਰੋਲਡ। ਕਿ ਇਹ ਵੀ ਜਾਂਦਾ ਕਿ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਵੀ ਵੱਖ-ਵੱਖ ਬੰਦੇ ਬੈਠੇ ਹੋਏ ਨੇ ਜਿਹੜੇ ਕੇਜਰੀਵਾਲ ਸਾਹਿਬ ਨੂੰ ਉਸ ਡਿਪਾਰਟਮੈਂਟ ਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਾਮ ਨੂੰ ਰਿਪੋਰਟ ਕਰਦੇ ਨੇ। ਔਰ ਰਾਘਵ ਚੱਡਾ ਵੀ ਉਹਨਾਂ ਦਾ ਹੀ ਬੰਦਾ ਹੈ ਜੋ ਸ਼ਾਮ ਨੂੰ ਸਾਰੀ ਰਿਪੋਰਟ ਦਿੰਦਾ ਹੈ ਕਿ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ।
ਮਤਲਬ ਪੰਜਾਬ ਦੀ ਇੱਦਾਂ ਮੋਨੀਟਰਿੰਗ ਹੋ ਰਹੀ ਹੈ। ਔਰ ਜਿਹੜੇ ਸਾਡੇ ਸੀਐਮ ਸਾਹਿਬ ਨੇ, ਜਿਹੜੀਆਂ ਮੀਟਿੰਗਸ ਕਈ ਉਹਨਾਂ ਨੂੰ ਲੈਣੀਆਂ ਚਾਹੀਦੀਆਂ ਨੇ ਉਹ ਨਹੀਂ ਲੈਂਦੇ, ਉਹ ਰਾਘਵ ਚੱਡਾ ਲੈ ਰਹੇ ਨੇ। ਔਰ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਰਾਘਵ ਚੱਡਾ ਦੇ ਘਰ ਦੇ ਬਾਹਰ ਉਹ ਲਾਈਨ ਲੱਗਦੀ ਹੈ ਟਰਾਂਸਫਰਸ ਵਾਸਤੇ, ਔਰ ਜੋ ਸਿਕਿਉਰਿਟੀ ਸੀਐਮ ਕੋਲ ਹੈ ਉਹ ਸਿਕਿਉਰਿਟੀ ਰਾਘਵ ਚੱਡਾ ਕੋਲ ਵੀ, ਉਹਨਾਂ ਨੂੰ ਵੀ ਸਰਕਾਰੀ ਕੋਠੀ ਦਿੱਤੀ ਗਈ ਹੈ। ਸੋ ਇਹ ਸਭ ਪੰਜਾਬ ਦੇ ਬਜਟ ਦੇ, ਪੰਜਾਬ ਦੇ ਖਜ਼ਾਨੇ ਦੇ ਖਰਚੇ ਦੇ ਉੱਤੇ ਸਭ ਕੁਝ ਚੱਲਦਾ ਪਿਆ। ਈਵਨ ਸਾਡੀ ਕਈ ਪੁਲਿਸ ਮੈਂਬਰਸ ਦਿੱਲੀ ਵਿੱਚ ਵੀ ਨੇ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਵਾਸਤੇ, ਇਹ ਵੀ ਗੱਲਾਂ ਪਹਿਲਾਂ ਸਾਹਮਣੇ ਆਈਆਂ ਸੀ। ਸੋ ਬਿਲਕੁਲ ਸਰਪ੍ਰਾਈਜ਼ਡ ਹਾਂ ਅਸੀਂ ਕਿ ਇਹ ਹੋ ਕੀ ਰਿਹਾ ਪੰਜਾਬ ਦੇ ਨਹੀਂ ਦੇਖੋ, ਅਸਲ ਉਹ ਰਸੂਖ ਤੇ ਗਵਰਨਮੈਂਟਾਂ ਵਰਤਦੀਆਂ ਨੇ, ਪਰ ਜਿਸ ਹਿਸਾਬ ਨਾਲ ਇਹ ਗਵਰਨਮੈਂਟ ਵਰਤਦੀ ਆ, ਦੇਖੋ ਉਹ ਚੰਗੀ ਚੀਜ਼ ਨਹੀਂ ਹੈਗੀ। ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾ ਦਿੱਤਾ ਜੀ, ਫਿਰ ਤੁਸੀਂ ਕਹਿੰਦੇ ਆ ਜੀ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਲਾ ਦਿੱਤੇ ਅਸੀਂ ਕਿਸੇ ਤੋਂ ਬਿਨਾਂ ਨੋਟੀਫਿਕੇਸ਼ਨ ਕੀਤੇ ਹੋਏ। ਹਾਲੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ। ਉਹ ਨੋਟੀਫਿਕੇਸ਼ਨ ਨੂੰ ਲੈ ਕੇ ਹੁਣ ਤਰ੍ਹਾਂ ਦੀਆਂ ਗੱਲਾਂ ਹੋਣ ਡੀਆਂ ਵੀ ਕਿਉਂ ਨਹੀਂ ਤੁਸੀਂ ਨੋਟੀਫਿਕੇਸ਼ਨ ਕਰ ਰਹੇ, ਕਿ ਕਾਹ ਤੋਂ ਨਹੀਂ ਤੁਸੀਂ ਅੱਗੇ ਆਉਂਦੇ। ਗੱਲ ਤੇ ਇਹ ਆ ਕਿ ਪੰਜਾਬ ਦੇ ਲਈ ਜੋ ਚੀਜ਼ਾਂ ਅਸੀਂ ਕਹਿੰਦੇ ਨਾ, ਕਿਉਂਕਿ ਜਦੋਂ ਸਪੀਚਾਂ ਸੁਣਦੇ ਸੀਗੇ ਅਸੀਂ, ਚਾਹੇ ਉਹ ਕੇਜਰੀਵਾਲ ਸਾਹਿਬ ਹੋਣ ਤੇ ਚਾਹੇ ਕੈਪਟਨ ਅਮਰਿੰਦਰ ਹੋਣੀ ਹੋਣ, ਚਾਹੇ ਕੋਈ ਵੀ ਪੋਲੀਟੀਸ਼ੀਅਨ ਹੋਵੇ, ਚਲੋ ਮੈਂ ਉਹਨਾਂ ਦੀਆਂ ਗੱਲਾਂ ਛੱਡਦਾ, ਆਪਾਂ ਆਮ ਆਦਮੀ ਪਾਰਟੀ 'ਚ ਲੈ ਜਾਂਦੇ ਹਾਂ। ਭਗਵੰਤ ਮਾਨ ਸਾਹਿਬ ਹੋਣ, ਚਾਹੇ ਰਾਘਵ ਚੱਡਾ ਹੋਵੇ ਤੇ ਚਾਹੇ ਅਰਵਿੰਦ ਕੇਜਰੀਵਾਲ ਹੋਣ, ਇਹਨਾਂ ਤਿੰਨਾਂ ਨੇ ਕਿਹਾ ਸੀ ਵੀ ਅਸੀਂ ਜਿੱਥੋਂ ਰੁਪਈਆ ਬਚਦਾ ਉੱਥੋਂ ਰੁਪਈਆ ਬਚਾਵਾਂਗੇ, ਸਾਨੂੰ ਵੀਆਈਪੀ ਸਿਕਿਉਰਿਟੀ ਨਹੀਂ ਚਾਹੀਦੀ। ਜਦੋਂ ਪਹਿਲਾਂ ਆਏ ਸੀ ਦਿੱਲੀ 'ਚ, ਇਹਨਾਂ ਨੇ ਤਿਆਗੀ ਵੀ ਸੀਗੀ, ਪਰ ਫਿਰ ਕਹਿੰਦੇ ਗੱਲ ਨਹੀਂ ਬਣਦੀ ਨਾ, ਸਿਕਿਉਰਿਟੀ ਤੋਂ ਬਿਨਾਂ ਗੱਲ ਨਹੀਂ ਬਣਦੀ, ਕਿਉਂਕਿ ਤੁਸੀਂ ਉਸ ਤੰਤਰ 'ਚ ਰਹਿੰਦੇ ਜਿੱਥੇ ਤੁਹਾਨੂੰ ਜਣਾ ਖਣਾ ਸ਼ਾਹੀ ਮਾਰ ਜਾਂਦਾ ਸੀ, ਜਣਾ ਚਪੇੜ ਮਾਰ ਜਾਂਦਾ ਸੀਗਾ, ਉਹ ਵੀ ਬਹੁਤ ਜ਼ਰੂਰੀ ਸੀਗੀ। ਹੁਣ ਤੁਸੀਂ ਉਸ ਤੋਂ ਥੋੜਾ ਜਿਹਾ ਘੜ ਕੇ, ਥੋੜਾ ਜਿਹਾ ਸਿੱਖ ਕੇ ਅੱਗੇ ਆ ਗਏ ਆ, ਤਾਂ ਤੁਸੀਂ ਪੰਜਾਬ ਦੇ ਲੈਜਰਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਹੁਣ ਤੁਸੀਂ ਉਹ ਲੈਣ ਲੱਗ ਪਏ ਆ। ਆਪ ਤੇ ਸਿਕਿਉਰਿਟੀਆਂ ਲੈਣ ਕਹਿੰਦੇ ਨੇ, ਆਪ ਤੇ ਮੈਂ ਰੱਜੀ ਆ, ਨਾਲ ਮੈਂ ਗਵਾਂਢ ਵੀ ਰਜਾਉਣਾ, ਮਜ਼ਾ ਲੈਣ ਲੱਗ ਪਏ ਹੋ। ਹਾਂ, ਹੁਣ ਉਹ ਰਾਘਵ ਚੱਡਾ ਗਵਾਂਢ ਆ, ਜਿਹੜਾ ਆਪ ਅਰਵਿੰਦ ਕੇਜਰੀਵਾਲ ਤੇ ਰਜਣਾ ਹੀ ਰਜਣਾ, ਨਾਲ ਭਗਵੰਤ ਮਾਨ ਨੇ ਤਾਂ ਚਲੋ ਰਜਣਾ ਹੀ ਰਜਣਾ ਕਿਉਂਕਿ ਸੀਐਮ ਆ, ਹੁਣ ਮੈਂ ਗਵਾਂਢ ਵੀ ਰਜਾਉਣਾ ਵੀ ਇਹ ਨਹੀਂ, ਇਹ ਮੈਂ ਸਾਡੇ ਕਿਸੇ ਲੰਗਰ ਹੋਵੇ ਤੇ ਗਵਾਂਢ ਭੁੱਖਾ ਨਾ ਰਹਿ ਜਾਵੇ, ਇਹ ਚੀਜ਼ ਆ। ਹੁਣ ਇਹ ਗਵਾਂਢ ਰੱਜਦਾ, ਜਿਹੜਾ ਗਵਾਂਢ ਜਦੋਂ ਰਜਾਉਣ ਲੱਗ ਪਈਏ ਅਸੀਂ, ਜਾਂ ਆਪਣਾ ਰਿਸ਼ਤੇਦਾਰ ਰਜਾਉਣ ਲੱਗ ਪਈਏ, ਉਦੋਂ ਬਹੁਤ ਮਾੜੀ ਚੀਜ਼ ਹੁੰਦੀ ਹੈ, ਚਾਹੇ ਉਹ ਘਰ ਦੀ ਹੋਵੇ ਚਾਹੇ ਉਹ ਕਿਸੇ ਹੋਰ ਤਰ੍ਹਾਂ ਦੀ ਹੋਵੇ। ਦੇਖੋ ਗੱਲ ਇਹ ਹੈ, ਹੁਣ ਜਰਮਨੀ ਗਏ ਨੇ, ਕੀ ਖੱਟਿਆ, ਕੀ ਲੈ ਕੇ ਆਏ ਆ ਉੱਥੋਂ? ਮੇਰਾ ਖਿਆਲ 0 ਸन्नाटा ਹੀ ਲੈ ਕੇ ਆਏ ਆ। ਕੋਈ ਖਾਸ ਗੱਲ ਵੀ ਭਾਈ ਸਾਡੀ ਤੇ ਕੋਈ ਦੂਰ ਤੱਕ ਨਹੀਂ ਹੈਗੀ ਗੱਲਬਾਤ, ਤੇ ਇਹ ਤਾਂ ਐਵੇਂ ਹੀ ਇਹ ਚੀਜ਼ਾਂ। ਦੇਖੋ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਐਡੇ ਲੈਵਲ ਦੀ ਝੂਠ ਹੈ, ਐਡੇ ਲੈਵਲ ਦਾ ਕਨਸਪੀਰੈਂਸੀ ਹੈਗੀ ਆ, ਵੀ ਤੁਸੀਂ ਐਵੇਂ ਝੂਠੀ ਪੰਜਾਬ ਨੂੰ ਕਹੀ ਜਾਂਦੇ ਕਿ ਫਲਾਨਾ ਬੰਦਾ ਆਜੂ, ਫਲਾਨਾ ਇੰਡਸਟਰੀ ਲਾਜੂ। ਔਰ ਤੁਸੀਂ ਦੇਖੋ ਫੈਮਿਲੀ ਨੂੰ ਕਿਉਂ ਲੈ ਕੇ ਗਏ ਹੋ, ਇਹ ਵੀ ਗੱਲ ਸਾਹਮਣੇ ਆਈ ਹੈ। ਨਹੀਂ ਦੇਖੋ ਸੰਦੀਪ ਜੀ, ਤੁਸੀਂ ਭੋਲੀਆਂ ਗੱਲਾਂ ਕਰਦੇ ਆ, ਭੋਲੀਆਂ ਗੱਲਾਂ ਨਹੀਂ। ਦੇਖੋ ਇਹ ਹੁਣ ਇਹ ਨਹੀਂ ਗੱਲ ਹੁੰਦੀ। ਅਮਰੀਕਾ ਵਰਗਾ ਐਡਾ ਤਕੜਾ ਤੇ ਪਾਵਰਫੁਲ ਮੰਤਰੀ ਜਿਹੜਾ ਹੈ, ਤੁਹਾਨੂੰ ਮੈਂ ਦੱਸਾਂ, ਫਸਟ ਲੇਡੀ ਹਰ ਵਾਰ ਨਾਲ ਜਾਂਦੀ ਹੈ। ਉਹ ਇੱਕ ਸਿੰਬੋਲਿਕ ਆ ਵੀ ਦੇਖੋ ਉਹਨਾਂ ਦੀ ਪਰਸਨਲ ਲਾਈਫ, ਜਿਹੜੀ ਮੈਂ ਦੱਸਾਂ ਨਾ, ਜਿਹੜੇ ਪੋਲੀਟੀਸ਼ੀਅਨ ਹੁੰਦੇ, ਜਿਹੜੇ ਇਸ ਅਹੁਦੇ ਤੇ ਹੁੰਦੇ ਆ, ਉਹਨਾਂ ਦੀ ਪਰਸਨਲ ਲਾਈਫ 24 ਘੰਟੇ ਰੋਲਰ ਕੋਸਟਰ ਹੁੰਦੀ ਹੈ। ਇਹਨਾਂ ਜਿੰਨਾ ਮਾਣ ਆਪਾਂ ਸੀਐਮ ਨੂੰ ਦੇਣਾ ਆ, ਉਨਾ ਹੀ ਉਹਨਾਂ ਦੀ ਘਰ ਵਾਲੀ ਨੂੰ ਸਾਡਾ ਮਾਣ ਦੇਣਾ। ਉਹ ਅਲੱਗ ਚੀਜ਼ ਆ। ਦੇਖੋ ਵਾਈਫ ਨੂੰ ਲਿਜਾਣਾ ਇੱਕ ਇਹ ਚੀਜ਼ ਹੁੰਦੀ ਹੈ, ਕਿਉਂਕਿ ਦੇਖੋ ਤੇ ਉਹ ਇਕੱਲਿਆਂ ਨੇ ਨਹੀਂ ਮਿਲਣਾ, ਇਹ ਸਾਡੇ ਗੁੱਡਵਿਲ ਦੀ ਨਿਸ਼ਾਨੀ ਹੁੰਦੀ ਆ ਵੀ ਮੈਂ ਫੈਮਿਲੀ ਮੈਨ ਆ, ਮੇਰੀ ਵਾਈਫ ਨਾਲ ਆਈ ਆ, ਅਸੀਂ ਇੱਕ ਵੱਸਦੇ ਆ। ਤੁਸੀਂ ਦੇਖੋ ਅਮਰੀਕਾ ਦੀ ਫਰਸਟ ਲੇਡੀ ਹਰ ਜਗ੍ਹਾ ਪ੍ਰੈਜ਼ੈਂਟ ਹੁੰਦੀ ਹੈ ਜਿੱਥੇ ਦਿਸ ਇਜ਼ ਅ ਵੈਰੀ ਸਟਰੋਂਗ ਥਿੰਗ। ਮੈਂ ਇੱਕ ਪੁਆਇੰਟ ਤੇ ਆ ਰਿਹਾ ਨਾ, ਇਹ ਨਵੀਂ ਪਿੜਤ ਕਿਉਂ ਨਹੀਂ ਪਾਉਂਦੇ? ਕਿਉਂਕਿ ਜਦੋਂ ਇਹ ਸੀਐਮ ਨਹੀਂ ਬਣੇ, ਤਮਾਮ ਇਦਾਂ ਦੀਆਂ ਗੱਲਾਂ ਕਰਦੇ ਨੇ, ਔਰ ਜੋ ਇਹਨਾਂ ਦੀਆਂ ਸਟੇਟਮੈਂਟਸ ਨੇ, ਜੋ ਉਹਨਾਂ ਦੀ ਸੋਚਣੀ ਸਾਹਮਣੇ ਆਈ ਹੈ, ਜਿਸ ਕਰਕੇ ਇਹ ਸੀਐਮ ਬਣਾਏ ਗਏ ਨੇ, ਅਸੀਂ ਵੋਟਾਂ ਪਾਈਆਂ ਨੇ, ਉਹਦੇ ਵਿੱਚ ਉਹ ਸਾਫ਼ ਗੱਲ ਝਲਕਦੀ ਹੈ ਕਿ ਮੈਂ 1 ਰੁਪਈਆ ਜਿੱਥੋਂ ਬਚਦਾ ਹੋਏਗਾ ਮੈਂ ਬਚਾਵਾਂਗਾ। ਤੇ ਤੁਸੀਂ ਫਿਰ ਬਚਾਓ ਨਾ। 24 ਘੰਟੇ ਬੰਦਾ ਰੋਲਰ ਕੋਸਟਰ ਤੇ ਆ। ਅੱਜ ਬੰਦਾ ਬਠਿੰਡਾ, ਕੱਲ੍ਹ ਪਟਿਆਲਾ, ਤੇ ਕੱਲ੍ਹ ਫਿਰ ਦਿੱਲੀ ਚਲੇ ਜਾਂਦਾ। 2-2 ਹਫ਼ਤੇ 2-2 ਮਹੀਨੇ ਉਹਨਾਂ ਦੀ ਲਾਈਫ ਇਸੇ ਸਰਕਲ 'ਚ ਚੱਲਦੀ ਹੈ। ਇਹ ਪੋਸੀਬਲ ਨਹੀਂ ਹੈਗਾ ਵੀ ਉਹ ਇਕੱਲੇ ਟਰੈਵਲ ਕਰ ਲੈਣ, ਇਕੱਲੇ ਰਹਿ ਲੈਣ। ਇਮੋਸ਼ਨਲ ਬੌਂਡੇਜ, ਇੱਕ ਰਿਪਰੈਜ਼ੈਂਟੇਸ਼ਨ ਆਫ ਸਟੇਟਸ, ਇਹ ਘਰ ਵਾਲੀ ਦੇ ਨਾਲ ਹੀ ਹੁੰਦਾ। ਤੁਸੀਂ ਮੈਨੂੰ ਸਮਝ ਨਹੀਂ ਲੱਗਦਾ ਇਹ ਗੱਲ ਆਈ ਵੀ ਕਿੱਥੋਂ ਆ। ਮੈਂ ਆਈਡੀਅਲਿਸਟਿਕ ਗੱਲ ਕਰ ਰਿਹਾ, ਦਿਸ ਇਜ਼ ਨਾਟ ਐਨ ਆਈਡੀਅਲਿਸਟਿਕ ਥਿੰਗ। ਜਿਵੇਂ ਆਈਡੀਅਲਿਸਟਿਕ ਗੱਲ ਕਰਦੇ ਨੇ ਕਿ ਜਿੱਥੋਂ ਪੈਸੇ ਬਚਣੇ ਨੇ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਦਿਸ ਇਜ਼ ਅ ਫੈਮਿਲੀ ਟੂਰ, ਜਿਹਨੂੰ ਇੱਕ ਕਵਰ ਅਪ ਦਿੱਤਾ ਗਿਆ ਕਿ ਜਰਮਨੀ ਅਸੀਂ ਚੱਲੇ ਹਾਂ ਫॉर ਬਿਜ਼ਨਸ ਪਰਪਸ, ਪੰਜਾਬ ਦੇ ਵਾਸਤੇ ਬਿਜ਼ਨਸ ਲੈਣ ਚੱਲੇ ਆ, ਮਾਰਕੀਟਿੰਗ ਕਰਨ ਚੱਲੇ ਆ, ਉੱਥੋਂ ਕੰਪਨੀਆਂ ਲੈਣ ਚੱਲੇ ਆ। ਇੱਕ ਕਵਰ ਅਪ ਹੈ। ਨਹੀਂ ਦੇਖੋ ਐਡੀ ਜਲਦੀ ਮੈਨੂੰ ਲੱਗਦਾ ਸੀ ਕਿਸੇ ਕਨਕਲੂਜਨ ਦੇ ਉੱਤੇ ਕਿਸੇ ਫੈਮਿਲੀ ਟੂਰ ਤੇ ਨੇ, ਮੈਨੂੰ ਲੱਗਦਾ ਸੰਜੀਵ ਜੀ ਇਹ ਵੀ ਬਹੁਤ ਗਲਤ ਗੱਲ ਆ। ਦੇਖੋ ਉਹ ਜਿੰਨੇ ਦਿਨ ਰਹੇ ਨੇ ਨਾ, ਉਹ ਹਰ ਮਾਰਨਿੰਗ ਈਵਨਿੰਗ ਸੈਸ਼ਨ ਦੋਨੇ ਅਟੈਂਡ ਕਰਦੇ ਰਹੇ ਆ, ਬਕਾਇਦਾ ਆਪਣੀ ਘਰ ਵਾਲੀ ਦੇ ਨਾਲ ਅਟੈਂਡ ਕਰਦੇ ਰਹੇ ਆ। ਇਹ ਨਾ ਕਹੋ ਵੀ ਟੂਰ ਆ ਨਾ, ਆਪਾਂ ਇਹ ਨਹੀਂ ਕਹਿ ਸਕਦੇ ਵੀ
ਉਹਨਾਂ ਨੇ ਫਲਾਣੇ ਦੀਆਂ ਚਲੋ ਟੀ-ਸ਼ਰਟਾਂ ਖੈਰ। ਪਾ ਕੇ ਤੇ ਛੋਟੇ ਕੱਪੜੇ ਪਾ ਕੇ ਫਲਾਣੇ ਥਾਂ ਫੋਟੋ ਖਿਚਾ ਲਈਆਂ, ਬੀਚ ਤੇ ਚਲੇ ਗਏ ਆ, ਇਦਾਂ ਦੀ ਗੱਲਾਂ ਨਹੀਂ। ਨਹੀਂ, ਏਦਾਂ ਤਾਂ ਕੁਛ ਵੀ ਨਹੀਂ ਮੈਂ ਕਹਿ ਰਿਹਾ। ਦਿਸ ਇਜ਼ ਸਮਥਿੰਗ ਜਿਹੜਾ ਅਸੀਂ ਜੋ ਤੇ ਅਸੀਂ ਕੁਐਸਚਨ ਰੇਜ਼ ਹੀ ਨਹੀਂ ਕਰ ਸਕਦੇ। ਇਹਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਖਰਚਾ ਆ। ਦੇਖੋ ਤੁਸੀਂ ਇਹਨੂੰ ਕਦੀ ਵੀ ਨਹੀਂ ਕਹਿ ਸਕਦੇ। ਹੋਰ ਕੌਣ ਫੈਮਿਲੀ ਮੈਂਬਰ ਨਾਲ ਗਿਆ ਸੀ? ਸਿਰਫ ਇਹੀ ਗਏ ਸੀਗੇ, ਉਹਦੀ ਵਾਈਫ ਸੀਗੀ ਤੇ ਨਾਲ ਉਹਨਾਂ ਦੇ 4 ਸਿਕਿਉਰਿਟੀ ਗਾਰਡ ਸੀਗੇ। ਕੰਪਨੀ ਜਿਹੜੀ ਉਹਨਾਂ ਦੀ ਟੀਮ ਜਾਂਦੀ ਆ ਪ੍ਰੋਪਰ, ਉਹ ਪੂਰੀ ਟੀਮ ਜਿਹੜੀ ਸਕੈਡਿਊਲ ਟੀਮ ਜਾਂਦੀ ਆ ਉਹ ਸੀਗੇ। ਔਰ ਜਿੱਦਣ ਹੋਇਆ ਆ ਕਹਿੰਦੇ ਜੀ ਉਦੋਂ ਜਿੱਦਣ ਉਹਨਾਂ ਨੇ ਬੋਰਡਿੰਗ ਕਰਨੀ ਸੀ ਫਲਾਈਟਸ, ਉਸ ਦਿਨ ਉਹਨਾਂ ਦੇ 3 ਸਿਕਿਉਰਿਟੀ ਗਾਰਡ ਉਹਨਾਂ ਦੀ ਵਾਈਫ ਤੇ ਉਹ ਨਾਲ ਸੀਗੇ। ਤੇ ਵਾਟ ਇਜ਼ ਦਾ ਰਿਜ਼ਲਟ? ਮੈਂ ਉਹੀ ਕਹਿ ਰਿਹਾ ਵੀ ਦੇਖੋ ਰਿਜ਼ਲਟ ਐਡੀ ਛੇਤੀ ਨਾਲ ਚੀਜ਼ਾਂ ਦੇ ਰਿਜ਼ਲਟ ਨਹੀਂ ਆ ਜਾਂਦੇ। ਇਹ ਕਿਹੜਾ ਵੀ ਤੁਸੀਂ ਫਲਾਣੇ ਥਾਂ ਕੁੜੀ ਦਾ ਰਿਸ਼ਤਾ ਪੱਕਾ ਕਰਨਾ ਆ ਵੀ ਜਾਂ ਤਾਂ ਹਾਂ ਹੋ ਜੂ ਜਾਂ ਨਾ ਹੋ ਜੂ। ਨਹੀਂ, ਦੇਖੋ ਖੈਰਾ ਸਾਹਿਬ, ਮੁਲਕ ਨੇ ਇੱਥੇ ਸਟੈਬਲਿਸ਼ਮੈਂਟ ਕਰਨੀ ਆ। ਗੱਲ ਇਹ ਹੈ ਨਾ ਕਿ ਇਸ ਨੂੰ ਦੇਖਣ ਦਾ ਨਜ਼ਰੀਆ ਹੈ। ਇੱਕ ਸਿੰਪਲ ਗੱਲ ਹੈ, ਦਾ ਬਾਟਮ ਲਾਈਨ ਇਜ਼ ਜੋ ਗੱਲਾਂ ਕਰਕੇ ਇਹ ਪਾਵਰ ਵਿੱਚ ਆਏ ਨੇ ਹੁਣ ਉਹ ਗੱਲਾਂ ਨਹੀਂ ਹੋ ਰਹੀਆਂ। ਹੁਣ ਗੱਲਾਂ ਉਹੀ ਹੋ ਰਹੀਆਂ ਦੇਖੋ ਨੇ, ਇਹ ਤੁਸੀਂ ਕਿਸੇ ਪਰਸਪੈਕਟਿਵ 'ਚ ਕਹਿ ਸਕਦੇ ਹੋ। ਉਹੀ ਗੱਲਾਂ ਹੋ ਰਹੀਆਂ ਨੇ ਜੋ ਪਹਿਲਾਂ ਹੋ ਰਹੀਆਂ ਸੀ। ਠੀਕ ਹੈ ਨਾ? ਕਈ ਐਸੇ ਮੁੱਦੇ ਹੁੰਦੇ ਨੇ, ਕਈ ਐਸੇ ਮਾਮਲੇ ਹੁੰਦੇ ਨੇ, ਕਈ ਐਸੇ ਵਰਲਡ ਲੀਡਰਸ ਵੀ ਨੇ ਉਹ ਬਿਨਾ ਆਪਣੀ ਫੈਮਿਲੀ ਤੋਂ, ਈਵਨ ਬਿਨਾ ਆਪਣੀ ਲਾਈਫ ਪਾਰਟਨਰ ਤੋਂ, ਬਿਨਾ ਆਪਣੀ ਵਾਈਫ ਤੋਂ ਕਈ ਵਾਰ ਆਏ ਨੇ ਔਰ ਆਪਣੇ ਕੰਮ ਕਰਕੇ ਗਏ ਨੇ। ਦੇ ਆਰ ਪਾਰਟਿਕੂਲਰਲੀ ਡੈਡੀਕੇਟਿਡ ਟੂ देयर ਵਰਕ ਐਂਡ ਦੈਟਸ ਆਲ। ਕੋਈ ਵਾਰ ਕੋਈ ਵੀ ਬੰਦਾ ਇਸ ਚੀਜ਼ ਦਾ ਇਸ਼ੂ ਨਹੀਂ ਲਏਗਾ, ਕੋਈ ਵੀ ਬੰਦਾ ਇਸ ਚੀਜ਼ ਨੂੰ ਨਹੀਂ ਲਏਗਾ ਕਿ ਤੁਸੀਂ ਆਪਣੇ ਲਾਈਫ ਪਾਰਟਨਰ ਨੂੰ ਨਾਲ ਨਹੀਂ ਲੈ ਕੇ ਆਏ। ਇਹ ਗੁੱਡਵਿਲ ਦੀ ਨਿਸ਼ਾਨੀ ਨਹੀਂ ਹੈ। ਦੂਜੀ ਗੱਲ ਦੇਖੋ, ਮੈਨੂੰ ਗੱਲ ਪਚਦੀ ਨਹੀਂ ਸੰਜੀਵ ਜੀ, ਇਹ ਮੈਂ ਵੀ ਕਹਾਂ। ਕੋਈ ਗੱਲ ਨਹੀਂ, ਤੁਸੀਂ ਅੱਜ ਦੇ ਮਾਹੌਲ ਦੇ ਮੁਤਾਬਿਕ ਚੱਲ ਰਹੇ ਹੋ ਨਾ, ਇਟਸ ਓਕੇ। ਅੱਜ ਦਾ ਮਾਹੌਲ ਨਹੀਂ ਹੈ, ਇਹ ਤਾਂ ਸਦੀਆਂ ਤੋਂ ਡਿਪਲੋਮੈਟਿਕ ਦੀ ਨਿਸ਼ਾਨੀ ਆ। ਕਈ ਵਾਰ ਨਹੀਂ ਵੀ ਹੁੰਦਾ, ਡਿਪਲੋਮੈਟਿਕ ਦੀ ਨਿਸ਼ਾਨੀ ਨਹੀਂ ਹੈ, ਇੱਕ ਰਿਵਾਇਤ ਹੈ ਕਿ ਤੁਸੀਂ ਚੱਲੇ ਹੋ ਨਾਲ, ਤੁਹਾਡੀ ਲਾਈਫ ਪਾਰਟਨਰ ਚੱਲੀ ਹੈ, ਚਲੋ ਨਾਲ ਚੱਲੇ ਨੇ, ਉੱਥੇ ਜਾ ਕੇ ਮਿਲਣਗੇ ਜੀ, ਦੋਨੋਂ ਜੀ ਚੰਗੇ ਲੱਗਦੇ ਨੇ ਆਉਂਦੇ। ਇੱਕ ਇਹ ਵੀ ਹੈ, ਵੀਡੀਓ ਕਾਨਫਰੈਂਸਿੰਗ ਵੀ ਤੇ ਹੁੰਦੀ ਹੈ ਨਾ। ਈਵਨ ਚਾਈਨਾ ਐਂਡ ਅਮਰੀਕਾ ਦੇ ਜੋ ਲੀਡਰਸ ਨੇ, ਜੋ ਟੌਪ ਲੀਡਰਸ ਨੇ, ਉਹ ਵੀ ਵੀਡੀਓ ਕਾਨਫਰੈਂਸਿੰਗ ਤੇ ਗੱਲਬਾਤ ਕਰਦੇ ਨੇ। ਠੀਕ ਹੈ, ਇਟਸ ਓਕੇ, ਤੁਸੀਂ ਗਏ ਹੋ। ਬਟ ਇਹ ਹੈ ਕਿ ਜੋ ਗੱਲਾਂ ਤੁਸੀਂ ਪਾਵਰ 'ਚ ਆਉਣ ਤੋਂ ਪਹਿਲਾਂ ਕਹੀਆਂ ਸੀ ਉਹਦੇ ਉੱਤੇ ਕਾਇਮ ਰਹੋ। ਆਪਾਂ ਅੱਗੇ ਚੱਲੀਏ ਹੁਣ, ਕਿਉਂਕਿ ਇਹ ਮੁੱਦਾ ਇਹ ਤਾਂ ਉਹੀ ਹੈ ਕਿ ਆਂਡਾ ਪਹਿਲਾਂ ਆਇਆ ਸੀ ਕਿ ਮੁਰਗੀ ਪਹਿਲਾਂ ਆਈ ਸੀ। ਨਹੀਂ, ਇਹ ਮੁੱਦਾ ਬਿਲਕੁਲ ਵੱਖਰਾ। ਮੈਂ ਨਹੀਂ ਕਹਿੰਦਾ ਵੀ ਆਂਡੇ ਵਾਲਾ ਮੁੱਦਾ, ਇਹ ਮੁੱਦਾ ਸਿਰਫ ਇਹ ਹੈ ਗੱਲ ਇਹ ਹੈ ਕਿ ਅਗਰ ਉਹ ਨਾ ਵੀ ਜਾਂਦੇ, ਸਿਰਫ ਉਹਨਾਂ ਹੀ ਜਾਂਦਾ ਜਿੰਨਾ ਜ਼ਰੂਰੀ ਸੀ ਅਮਲਾ, ਤਾਂ ਵੀ ਇਹ ਗੱਲ ਹੋ ਸਕਦੀ ਸੀ, ਕੋਈ ਫਰਕ ਨਹੀਂ ਪੈਣਾ ਸੀ। ਠੀਕ ਹੈ, ਇੱਕ ਪ੍ਰੋਟੋਕਾਲ ਬਣਿਆ ਹੋਇਆ, ਘਰ ਦਾ ਕੋਈ ਚੱਲਿਆ ਜੀ ਆਪਾਂ ਕਹਿੰਦੇ ਫਲਾਣੇ ਤਾਂ ਸ਼ਗਨ ਹੀ ਪਾਉਣਾ, ਇੱਕ ਪ੍ਰੋਟੋਕਾਲ ਹੈ। ਪ੍ਰੋਟੋਕਾਲ ਦੇ ਆਧਾਰ ਤੇ ਸਾਰੀਆਂ ਚੀਜ਼ਾਂ ਹੁੰਦੀਆਂ। ਪ੍ਰੋਟੋਕਾਲ ਹੈ ਨਾ, ਉਹ ਵੀ ਅਸੀਂ ਲੋਕਾਂ ਨੇ ਬਣਾਇਆ। ਪ੍ਰੋਟੋਕਾਲ 'ਚ ਚੇਂਜ ਕਰਨੀ ਹੈ, ਉਹ ਵੀ ਅਸੀਂ ਲੋਕੀ ਕਰਦੇ ਹਾਂ। ਮੈਨੂੰ ਸਮਝ ਨਹੀਂ ਆਉਂਦਾ, ਸੰਵਿਧਾਨ ਬਣਦਾ ਹੈ, ਉਹ ਵੀ ਅਸੀਂ ਬਣਾਉਂਦੇ ਹਾਂ। ਸੰਵਿਧਾਨ ਦੇ ਵਿੱਚ ਚੇਂਜ ਵਾਸਤੇ ਵੀ ਭੀਮਰਾਓ ਅੰਬੇਦਕਰ ਸਾਹਿਬ, ਬਾਬਾ ਸਾਹਿਬ ਨੇ ਇੱਕ ਰੱਖੀ ਹੋਈ ਹੈ ਡਾਇਰੈਕਟਿਵ, ਉਹਦੇ ਮੁਤਾਬਿਕ ਅਸੀਂ ਸੰਵਿਧਾਨ ਦੇ ਵਿੱਚ ਵੀ ਚੇਂਜ ਕਰਦੇ ਹਾਂ। ਮਤਲਬ ਲੋੜ ਦੇ ਮੁਤਾਬਿਕ ਹੈ, ਤੁਸੀਂ ਲੋੜ ਦੇ ਮੁਤਾਬਿਕ ਕਿਸੇ ਚੀਜ਼ ਨੂੰ ਕਿਸੇ ਵੀ ਤਰ੍ਹਾਂ ਮੋਲਡ ਕਰ ਸਕਦੇ ਹੋ। ਇਹਦੇ 'ਚ ਕੋਈ ਡਿਸਕਸ਼ਨ ਵਾਲੀ ਗੱਲ ਹੀ ਨਹੀਂ। ਖੈਰ ਸਭ ਆਪਾਂ ਅੱਗੇ ਵਧਦੇ ਹਾਂ। ਠੀਕ ਹੈ, ਉਹ ਘੁੰਮ ਆ ਕੇ ਆ ਗਏ, ਦੈਟਸ ਵੈਰੀ ਗੁੱਡ, ਬਹੁਤ ਵਧੀਆ ਗੱਲ ਹੈ। ਇੱਦਾਂ ਹੀ ਇੰਜੋਏ ਕਰਦੇ ਰਹੋ। ਹੋਰ ਵੀ ਕੋਈ ਮੁਲਕ ਦੇਖੋ, ਉੱਥੇ ਵੀ ਘੁੰਮਣ ਜਾਣ, ਬਹੁਤ ਵਧੀਆ ਗੱਲ ਹੈ। ਉੱਥੇ ਵੀ ਮੀਟਿੰਗਸ ਕਰਕੇ ਆਉਣ, ਹੋ ਸਕਦਾ ਉੱਥੋਂ ਕੋਈ ਨਤੀਜਾ ਨਿਕਲੇ, ਇਟਸ ਓਕੇ। ਵਾਈਫ ਨਾਲ ਗਏ ਨੇ, ਓਕੇ ਆ। ਆਪਾਂ ਅੱਗੇ ਚੱਲਦੇ ਹਾਂ। ਅਗਲਾ ਮਾਮਲਾ ਹੈ ਜੀ ਕਿ ਇੱਕ ਐਕਸ ਡੀਐਸਪੀ, ਸਾਬਕਾ ਡੀਐਸਪੀ ਨੇ ਬਲਜਿੰਦਰ ਸਿੰਘ ਸੇਖੋਂ, ਜਿਹੜੇ ਭਾਰਤ ਭੂਸ਼ਣ ਆਸ਼ੂ ਜੇਲ੍ਹ ਵਿੱਚ ਨੇ ਜੀ ਜੀ, ਉਹਨਾਂ ਦੀ ਕਿਸੇ ਵਕਤ ਕੋਈ ਇਨਕੁਆਇਰੀ ਸੀ। ਉਸ ਇਨਕੁਆਇਰੀ ਦੇ ਵਿੱਚ ਉਹ ਕੰਮ ਕਰ ਰਹੇ ਸੀ, ਆਈਓ ਸੀਗੇ, ਇਨਵੈਸਟੀਗੇਟਿੰਗ ਆਫੀਸਰ ਸੀਗੇ। ਸੋ ਉਦੋਂ ਇੱਕ ਮਾਮਲਾ ਸਾਹਮਣੇ ਆਇਆ ਕਿ ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ ਧਮਕੀ ਦੇ ਰਹੇ ਨੇ, ਫੋਨ ਦੇ ਉੱਤੇ ਧਮਕੀ ਦੇ ਰਹੇ ਨੇ, ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਰਜ ਕੀਤੀ ਹੈ। ਤੇ ਉਦੋਂ ਇਨਕੁਆਇਰੀ ਹੋਈ ਸੀ, ਉਦੋਂ ਸਾਡੇ ਸਿੱਧੂ ਸਾਹਿਬ ਸਾਬਕਾ ਮੰਤਰੀ ਸੀਗੇ ਉੱਥੇ, ਔਰ ਉਹਨਾਂ ਦੇ ਅੰਡਰ ਉਹ ਇਨਵੈਸਟੀਗੇਸ਼ਨ ਹੋਈ। ਔਰ ਫਿਲਹਾਲ ਇਹ ਮਾਮਲਾ ਚੱਲ ਰਿਹਾ, ਸਿੱਧੂ ਸਾਹਿਬ ਪਟਿਆਲਾ ਜੇਲ੍ਹ ਦੇ ਵਿੱਚ ਨੇ। ਸੋ ਉਸ ਮਾਮਲੇ ਦੇ ਵਿੱਚ ਇੱਕ ਗਵਾਹ ਵਜੋਂ ਇਹਨਾਂ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ। ਇਹਨਾਂ ਨੇ ਮਨਾ ਕੀਤਾ ਕਿ ਜਾਂ ਤਾਂ ਗਵਾਹ ਦੀ ਲਿਸਟ 'ਚੋਂ ਮੇਰਾ ਨਾਂ ਕੱਢ ਦਿਓ, ਜਾਂ ਫਿਰ ਮੈਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਤੁਸੀਂ ਲਵੋ ਔਰ ਤੁਸੀਂ ਮੇਰੀ ਗਵਾਹੀ ਲੈ ਸਕਦੇ ਹੋ। ਪਰ ਉਹ ਜੱਜ ਸਾਹਿਬ ਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਏਗਾ, ਤੁਹਾਨੂੰ ਆਉਣਾ ਹੀ ਪਏਗਾ। 4 ਅਕਤੂਬਰ ਡੇਟ ਫਿਕਸ ਹੋਈ ਹੈ, ਤਾਂ ਸਿੱਧੂ ਸਾਹਿਬ ਦੀ ਜਿਹੜੀ ਯਾਚਿਕਾ ਹੈ ਉਹ ਖਾਰਿਜ ਕਰ ਦਿੱਤੀ ਗਈ ਹੈ। ਨਾਓ ਉਹਨਾਂ ਨੇ ਹੁਣ ਜਾਣਾ ਹੈ, ਔਰ ਇਹ ਸਾਰਾ ਮਾਮਲਾ ਹੁਣ ਇਹ ਵੀ ਚੱਲ ਰਿਹਾ। ਚਲੋ ਬਹੁਤ ਸੋਹਣੀ ਗੱਲ ਆ। ਵੈਸੇ ਇਹ ਮਾਮਲਾ ਪਹਿਲਾਂ ਵੀ ਉੱਠਿਆ ਸੀਗਾ ਕਿ ਉਦੋਂ ਗੱਲ ਇਹ ਹੁੰਦੀ ਸੀ ਵੀ ਸਿੱਧੂ ਸਾਹਿਬ ਹੁਣਾਂ ਨੇ ਗਵਾਹੀ ਦੇ ਦਿੱਤੀ ਆ, ਇੱਕ ਫਾਈਲ ਗੁੰਮ ਹੋ ਗਈ, ਫਾਈਲ ਗੁੰਮ ਹੋ ਗਈ ਆ, ਹੈ ਨਾ। ਤੇ ਉਹ ਉਸ ਸਮੇਂ ਵੀ ਮਾਮਲਾ ਰਫਾ ਦਫਾ ਹੋ ਗਿਆ, ਫਿਰ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ। ਹੁਣ ਇਦਾਂ ਵੀ ਪਰਤਦਾਰ ਪਰਤ ਹਰ ਕਿਸੇ ਦੀ ਖੁੱਲਦੀ ਆ। ਅੱਜ ਇਹ ਫਿਰ ਨਿਊਜ਼ ਅੱਜ ਹੀ ਪਰਟੀਕੂਲਰਲੀ ਕਿਉਂ ਉੱਠੀ ਆ? ਅੱਜ ਇਸ ਕਰਕੇ ਉੱਠੀ ਹੈ ਕਿਉਂਕਿ ਅੱਜ ਜ਼ਮਾਨਤ ਦੇ ਉੱਤੇ ਵੀ ਸੁਣਵਾਈ ਆ, ਬੇਲੇਬਲ ਵਾਰੰਟਸ ਨੇ। ਹਾਂਜੀ, ਆਸ਼ੂਤੋਸ਼ ਹੋਣਾ ਦੀ ਜਿਹੜੀ ਜ਼ਮਾਨਤ ਹੈ ਉਹਨਾਂ ਦੇ ਉੱਤੇ ਵੀ ਅੱਜ ਸੁਣਵਾਈ ਆ। ਸਿੱਧੂ ਸਾਹਿਬ ਦੇ ਵੀ ਬੇਲੇਬਲ ਵਾਰੰਟਸ, ਉਹਨਾਂ ਦੇ ਵੀ ਬੇਲੇਬਲ ਵਾਰੰਟਸ ਜਿਹੜੇ ਨੇ ਉਹ ਹੋ ਗਏ ਨੇ। ਔਰ ਇਹ ਤੁਸੀਂ ਦੇਖੋ ਨਾ ਵੀ ਇਹ ਦੋਹੇ ਨਿਊਜ਼ ਅੱਜ ਮਿਲਦੀਆਂ, ਤੇ ਫਿਰ
ਲੱਗਦਾ ਨਾ ਵੀ ਉਹ ਚੀਜ਼ਾਂ ਇਦਾਂ ਹੀ ਚੱਲਦੀਆਂ। ਤੇ ਹੁਣ ਸਰਕਾਰ ਜਦੋਂ ਕਿਸੇ ਹੋਰ ਦੀ ਹੋਵੇ ਫਿਰ ਤੁਹਾਡੀ ਹਰ ਪਰਤ ਖੁੱਲਣੀ ਆ, ਕਿਉਂਕਿ 2000 ਦਾ ਘੁਟਾਲਾ, ਟਰਾਂਸਪੋਰਟੇਸ਼ਨ ਦਾ ਘੁਟਾਲਾ, ਇਹ ਥੋੜਾ ਘੁਟਾਲਾ ਨਹੀਂ ਹੈਗਾ। ਤੁਸੀਂ ਸੋਚ ਵੀ ਨਹੀਂ ਸਕਦੇ। ਆਪਣੇ ਕੋਲੇ ਤੇ ਮੈਨੂੰ ਲੱਗਦਾ ਆਪਾਂ ਗਿਣਤੀ ਵੀ ਨਾ ਭੁੱਲ ਜਾਵੇ, ਸਾਨੂੰ ਇੰਨਾ ਪੈਸਾ ਆ ਜਾਵੇ ਤੇ ਪਤਾ ਨਹੀਂ ਲੱਗਣਾ ਕੀ ਰੱਖਣਾ। ਤੇ ਇਹਨਾਂ ਨੇ ਤਾਂ ਦੇਖੋ, ਮੈਂ ਉਹ ਸੋਚਦਾ ਹੁੰਦਾ ਵੀ ਉਲਟੇ ਹੋਰ ਜ਼ਮਾਨੇ ਆਏ ਆ ਨਾ, ਵੀ ਪਤਾ ਹੀ ਨਹੀਂ ਲੱਗਦਾ ਕੀ ਚੀਜ਼ਾਂ ਆ। ਇੱਕ ਬੰਦੇ ਕੋਲ ਤਾਂ ਪੈਸਾ ਹੀ ਹੈ ਨਹੀਂ, ਇੱਕ ਬੰਦੇ ਨੇ ਪੈਸੇ ਨੂੰ ਇਨਵੈਸਟ ਕਰਨ ਦੇ ਲਈ ਬੰਦੇ ਰੱਖੇ ਹੋਏ ਨੇ ਵੀ ਸਾਡੇ ਕੋਲ ਇੰਨਾ ਪੈਸਾ, ਸਾਨੂੰ ਪਤਾ ਹੀ ਨਹੀਂ ਵੀ ਕਿਹੜੇ ਕਾਰੋਬਾਰ 'ਚ ਲਾਉਣਾ ਤੇ ਕਿੱਦਾਂ ਲਾਉਣਾ ਆ। ਇਹ ਵੀ ਦੇਖ ਲਓ। ਉਹ ਕਹਿੰਦੇ ਨੇ ਵੀ ਹੁਣ ਪਤਾ ਹੀ ਨਹੀਂ ਲੱਗਦਾ, ਇੱਕ ਇਹਨਾਂ ਦੇ ਕੋਲ ਤੇ ਦੂਣ ਸਵਾਈ ਆ ਤੇ ਇੱਕ ਦੇ ਕੋਲ ਚਵਾਨੀ ਵੀ ਨਹੀਂ। ਇਹ ਉਹ ਲੋਕ ਨੇ। ਹੁਣ ਇਹ ਦੂਣ ਸਵਾਈ ਇਹਨਾਂ ਦੇ ਆਪ ਦੇ ਪੈਸਿਆਂ ਦੀ ਨਹੀਂ ਹੈਗੀ, ਇਹ ਦੂਣ ਸਵਾਈ ਲੋਕਾਂ ਦੇ ਪੈਸਿਆਂ ਦੀ ਆ। ਹੁਣ ਐਡਾ ਵੱਡਾ ਘੁਟਾਲਾ, ਮੈਂ ਕਹਿੰਦਾ ਸਮਝ ਹੀ ਨਹੀਂ ਆਉਂਦੀ ਵੀ ਕਿੱਥੇ ਆ ਲੋਕੀ। ਆਪ ਪਿੱਛੇ ਜਿਹੇ ਇੱਕ ਖਬਰ ਮੈਂ ਪੜ੍ਹਦਾ ਸੀਗਾ ਤੇ ਤੁਸੀਂ ਵੀ ਇੱਥੇ ਡਿਸਕਸ ਵੀ ਕੀਤੀ ਹੋਣੀ ਆ ਵੀ ਜਿਹੜਾ ਸੈਂਟਰ ਦਾ ਪੂਲ ਆ, ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਤਾਂ ਜਦੋਂ ਚਲੋ ਮੰਨਦੇ ਆ ਵੀ ਹੁਣ ਖੇਤੀ ਘਟ ਗਈ ਆ, ਪ੍ਰੀਕੁਆਇਰਮੈਂਟ ਘਟ ਗਈ ਆ, ਵੀ ਝਾੜ ਘੱਟ ਹੁੰਦਾ ਆ, ਪਰ ਕਹਿੰਦੇ ਵੀ ਜਿੰਨਾ ਝਾੜ ਇਹ ਦਿਖਾਉਂਦੇ ਆ ਜਦੋਂ ਅਸੀਂ ਖਰੀਦਦੇ ਆ ਪੂਲ 'ਚ ਜਾਂਦਾ ਉਹਨਾਂ ਉਦੋਂ ਵੀ ਘੱਟ ਹੁੰਦਾ ਆ। ਯਾਨੀ ਕਿ ਆਪਦੇ ਵਾਲਾ ਜਿਹੜਾ ਉਹ ਅੰਦਰ ਕਰ ਲੈਣਾ, ਪ੍ਰਾਈਵੇਟ ਜਾਂ 'ਚ ਕਰ ਲੈਣਾ, ਜਿਹੜਾ ਬਾਹਰੋਂ ਮੁਲਕਾਂ ਬਾਹਰਲੀ ਸਟੇਟਸ ਤੋਂ ਮੰਗਾ ਕੇ ਤੇ ਇੱਥੇ ਉਹ ਸਰਕਾਰੀ ਰੇਟਾਂ ਦੇ ਵਿੱਚ ਜਾਣਾ। ਸਭ ਕੁਝ ਚੱਲਦਾ, ਸਾਰੇ ਕੱਪੜੇ ਚੱਲਦੇ ਨੇ। ਖੈਰ ਹੁਣ ਸਿੱਧੂ ਸਾਹਿਬ ਕੀ ਕਰਨਗੇ, ਆਪਾਂ ਇਸ ਗੱਲ ਤੇ ਆਈਏ। ਸਿੱਧੂ ਸਾਹਿਬ ਤੇ ਕਹਿੰਦੇ ਨੇ ਵੀ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਤੁਸੀਂ ਤਾਂ ਗੱਲ ਕਹਿ ਰਹੇ ਸੀ ਮੌਨ ਵਰਤ ਤੇ ਆ, ਉਹ ਹਲੇ ਬੋਲਦੇ ਨਹੀਂਗੇ। ਉਹ ਕਹਿੰਦੇ ਜੀ ਮੈਂ ਤੇ ਹੁਣ ਦੁਸਹਿਰੇ ਵਾਲੇ ਦਿਨ ਹੀ ਬੋਲਣਾ। ਤੇ ਫਿਰ ਕਿੱਦਾਂ ਕਰਨਗੇ, ਗਵਾਹੀ ਕਿੱਦਾਂ ਦੇਣਗੇ? ਇਹ ਹੁਣ ਰੱਬ ਜਾਣਦਾ। ਮੈਂ ਵੀ ਤਾਂ ਉਹੀ ਸੀਗਾ ਵੀ 5 ਨੂੰ ਦੁਸਹਿਰਾ ਆ ਕਰੇ, 4 ਅਕਤੂਬਰ ਤੋਂ ਇਹਨਾਂ ਨੇ ਬੁਲਾਇਆ ਹੈ। ਹਾਂ, ਤੇ 5 ਨੂੰ ਦੁਸਹਿਰਾ ਹੈ ਤੇ ਫਿਰ ਡੇਟ ਐਕਸਟੈਂਡ ਕਰਨੀ ਪਏਗੀ। ਦੇਖੋ ਡੇਟ ਐਕਸਟੈਂਡ ਤਾਂ ਕਰਨੀ ਪਊਗੀ, ਜਾਂ ਫਿਰ ਲਿਖਤੀ ਗਵਾਹੀ ਹੋ ਜਾਊਗੀ, ਜਾਂ ਫਿਰ ਤੁਹਾਨੂੰ ਪਤਾ ਕਿ ਸਿੱਧੂ ਹੁਣਾਂ ਦਾ ਕਹਿੰਦੇ ਨੇ ਵੀ ਗਲਾਂ ਦਾ ਕੜਾਹ ਬਣਾਉਣ ਨੂੰ ਤਾਂ ਬੜੇ ਤਕੜੇ ਨੇ, ਸ਼ਾਇਦ ਉਹਨਾਂ ਨੇ ਉਸ ਦਿਨ ਤੱਕ ਉਹਨਾਂ ਦਾ ਮੌਨ ਟੁੱਟ ਜੇ, ਹੋ ਸਕਦਾ। ਪਰ ਫਿਲਹਾਲ ਇਹ ਮਾਮਲਾ ਕਾਫੀ ਤੂਲ ਫੜਦਾ ਪਿਆ ਕਿ ਦੇਖੋ ਕੀ ਬਣਦਾ, ਕਿਉਂਕਿ ਸਿੱਧੂ ਸਾਹਿਬ ਦੀ ਪਟੀਸ਼ਨ ਰੱਦ ਹੋਈ ਆ ਜੀ। ਸੋ ਉਹਨਾਂ ਨੂੰ ਹੁਣ ਜਾਣਾ ਹੀ ਪੈਣਾ। ਸੋ ਅਗਲੇ ਚੱਲਦੇ ਆਪਾਂ। ਅਗਲੇ ਗੱਲ ਇਹ ਆ ਕਿ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਸਾਹਿਬ, ਉਹਨਾਂ ਦੀ ਗੱਡੀ ਦੇ ਵਿੱਚ ਗਾਂਜਾ ਰੱਖਿਆ ਗਿਆ ਔਰ ਹੁਣ ਸਾਰੇ ਵਕੀਲਾਂ ਨੇ ਹੜਤਾਲ ਕੀਤੀ ਹੈ, ਬਾਰ ਐਸੋਸੀਏਸ਼ਨ ਨੇ, ਔਰ ਆਰਡਰਸ ਜਾਰੀ ਕੀਤੇ ਨੇ ਕਿ ਜੋ ਵੀ ਸਾਡੇ ਵਿੱਚੋਂ ਕੋਈ ਵਕੀਲ ਕੰਮ ਕਰੇਗਾ ਇਸ ਦਿਨ ਔਰ ਕੋਰਟ 'ਚ ਹਾਜ਼ਰ ਹੋਏਗਾ, ਉਹਨੂੰ 10,000 ਦਾ ਜੁਰਮਾਨਾ ਕੀਤਾ ਜਾਏਗਾ। ਤੇ ਨਾਲ ਇੱਕ ਪਟੀਸ਼ਨ ਵੀ ਦਰਜ ਕਰਨ ਦੀ ਸਾਰੀ ਤਿਆਰੀ ਚੱਲਦੀ ਪਈ ਹੈ ਕਿ ਵਕੀਲਾਂ ਦਾ ਜੋ ਪ੍ਰੋਫੈਸ਼ਨਲ ਜੌਬ ਹੈ ਉਹਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਤੁਸੀਂ ਇੱਦਾਂ ਜਾਣ ਬੁੱਝ ਕੇ ਸਾਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਾਡੀ ਗੱਡੀ ਦੇ ਵਿੱਚ ਗਾਂਜਾ ਰੱਖ ਕੇ। ਸੋ ਇਹ ਸਾਰੀਆਂ ਗੱਲਾਂ ਕਾਫੀ ਗਰਮਾਈਆਂ ਹੋਈਆਂ ਨੇ ਇਸ ਵਕਤ। ਪਤਾ ਗੱਲ ਕੀ ਆ, ਜਿਹਦੇ ਕੋਲ ਪਾਵਰ ਆ ਨਾ, ਉਹ ਕਹਿੰਦਾ ਮੇਰੇ ਕੋਲੇ ਪਾਵਰ ਹਰ ਹੀਲੇ ਰਹਿਣੀ ਚਾਹੀਦੀ ਆ। ਇੱਥੇ ਵੀ ਇਦਾਂ ਹੀ ਆ, ਤੁਸੀਂ ਚੰਗੀ ਗੱਲ ਕਹਿ ਰਹੇ ਹੋ ਨਾ, ਤੇ ਕੋਈ ਪਾਵਰ ਤੇ ਬੈਠਾ ਹੋਵੇ, ਉਹਨੂੰ ਚੰਗੀ ਗੱਲ ਤੁਹਾਡੀ ਚੰਗੀ ਨਹੀਂ ਲੱਗਦੀ ਜੇ ਉਹਨੂੰ ਸੂਟ ਨਹੀਂ ਕਰਦੇ, ਜੇ ਉਹਨੂੰ ਸੂਟ ਨਹੀਂ ਕਰਦੀ, ਜੇ ਚੰਗੀ ਵੀ ਨਹੀਂ ਲੱਗਦੀ। ਆਪਾਂ ਕਹਿ ਲਈਏ ਅੱਜ ਕੱਲ੍ਹ ਈਗੋ ਹੀ ਬਹੁਤ ਆ ਲੋਕਾਂ 'ਚ, ਬਹੁਤ ਜ਼ਿਆਦਾ। ਸੂਟ ਤਾਂ ਚਲੋ ਇੱਕ ਬਹੁਤ ਵੱਡੀ ਟਰਮ ਆ, ਉਦੋਂ ਤੋਂ ਫਿਰ ਉਹ ਬਹੁਤ ਕੁਝ ਕਰ ਲਿਆ। ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤੇ ਉਹ ਕਹਿੰਦੇ ਆ ਵੀ ਇਹ ਮੈਨੂੰ ਚੰਗੀ ਨਹੀਂ ਲੱਗੀ, ਇਹਨੂੰ ਮੈਂ ਹੁਣ ਦੱਸਣਾ ਹੀ ਦੱਸਣਾ। ਕਈ ਵਾਰ ਅਸੀਂ ਇੱਦਾਂ ਦੇ ਕੇਸ ਹੋਣੇ ਆ ਵੀ ਪੁਲਿਸ ਨੇ ਧੱਕੇਸ਼ਾਹੀ ਕੀਤੀ ਆ ਤੇ ਕਰ ਲਿਆ ਫਲਾਨਾ। ਸਾਡੇ ਮੁਲਕ ਦੀ ਤਰਾਸਦੀ ਪਤਾ ਸੰਜੀਵ ਜੀ ਕੀ ਆ, ਅਸੀਂ ਨਾ ਬੜੇ ਭਗਤ ਬਣਦੇ ਆ, ਅਸੀਂ ਬੜੇ ਹਿਊਮਨ ਰਾਈਟਸ ਨੂੰ ਫੋਲੋ ਕਰਨ ਵਾਲੇ ਕਹਿੰਦੇ ਆ। ਅਸੀਂ ਦੇਖੋ ਸਭ ਤੋਂ ਅਸੀਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਡਾ ਮੁਲਕ। ਬਾਹਰਲੇ ਮੁਲਕਾਂ 'ਚ ਇੱਦਾਂ ਹੁੰਦਾ ਵੀ ਜਿਹੜਾ ਬੰਦਾ ਤੁਸੀਂ ਫੜਿਆ, ਚਾਹੇ ਉਹ ਕਿੱਦਾਂ ਦਾ ਵੀ ਹੈਗਾ, ਉੱਥੇ ਉਹਨੂੰ ਫੜਨ ਦੇ ਸਮੇਂ ਉਹਦੇ ਹਿਊਮਨ ਰਾਈਟ ਵਾਇਲੇਟ ਹੋ ਗਿਆ ਨਾ, ਤੇ ਉਹ ਵੱਡੇ ਕੇਸ 'ਚ ਵੀ ਬਰੀ ਹੋ ਸਕਦਾ। ਬਿਲਕੁਲ ਸਹੀ ਆ। ਇੱਥੇ ਤੁਸੀਂ ਜਦੋਂ ਬੰਦੇ ਦਾ ਕਸੂਰ ਵੀ ਨਹੀਂ ਹੁੰਦਾ, ਤੇ ਜੇ ਤੇ ਬੰਦਾ, ਮੈਂ ਨਾ ਤੁਹਾਨੂੰ ਆਪਣੀ ਗੱਲ ਦੱਸਦਾ, ਥੋੜ੍ਹੇ ਦਿਨ ਪਹਿਲਾਂ ਨਾ ਰੋਡ ਤੇ ਮੈਂ ਜਾਣ ਡਿਆ ਸੀਗਾ, ਅੱਜ ਦਿਨ ਪਹਿਲਾਂ ਨਵਰਾਤਰਾ ਸੀ, ਕੱਲ੍ਹ ਦੀ ਗੱਲ ਹੀ ਆ, ਤੇ ਉੱਥੋਂ ਬੜੇ ਸਾਰੇ ਲੋਕ ਲੰਘਣ ਡੇ ਆ ਰੋਡ ਦੇ ਉੱਤੇ। ਮੁਲਾਜ਼ਮ ਨੇ ਇੱਕ ਬੰਦਾ ਤੇ ਰੋਕ ਲਿਆ ਉਹਨੂੰ ਚੰਗੀ ਤਰ੍ਹਾਂ, ਸਕੂਟਰ ਤੇ ਰੋਕੀ ਰੱਖਿਆ ਨਾ। ਮੈਂ ਦੇਖੀ ਗਿਆ ਵੀ ਕੀ ਕਰਦਾ ਉੱਥੇ ਲਾਗੇ, ਪਿੱਛੋਂ ਗੱਡੀ 'ਚ ਲੇਡੀ ਆਉਂਦੀ ਆ, ਗੱਡੀ ਉਹਨੇ ਅੱਧੀ ਖੋਲੀ ਅੱਧੀ ਨਹੀਂ ਖੋਲੀ, ਤੇ ਲੋਕੀ ਮਸਾਂ ਬਚਦੇ ਪਿੱਛੇ ਰੁਕੇ ਆ, ਹੈ ਨਾ। ਗੱਡੀ ਬੜੀ, ਉਹ ਲੇਡੀ ਦੇ ਟਾਇਰ ਤੋਂ ਲੱਗਦਾ ਸੀ ਕਿ ਉਹ ਬੜੀ ਪਾਵਰਫੁਲ ਲੇਡੀ ਆ, ਕਿਸੇ ਮਤਲਬ ਰਸੂਖ ਖਾਨਦਾਨ ਦੀ ਸੀਗੀ, ਬਿਗ ਸ਼ਾਟ ਕਹਿ ਸਕਦੇ ਆ। ਉਹਨੇ आके ਕਿਹਾ कि हमारे घर में पूजा है, हिंदी च बोलती सी कि हमारे घर में पूजा है, ये हमारा ड्राइवर है, सामान लेने गया, इसको छोड़ दो। 2 ਮਿੰਟ ਨਹੀਂ ਲਿਆ ਜੀ, ਛੱਡ ਤੇ। ਤਾਂ ਪਿੱਛੋਂ ਨਾਲ ਹੀ 2 ਮੁੰਡੇ ਆਉਂਦੇ ਸੀ, ਉਹਨਾਂ ਨੇ ਜੱਪ ਲਏ, ਉਹਨਾਂ ਦਾ ਕਰਤਾ ਜੀ ਚਲਾਨ ਤੇ ਲੈ ਗਏ, ਹੈ ਨਾ। ਗੱਲ ਇਹ ਆ ਕਿ ਅਸੀਂ ਟ੍ਰੀਟਮੈਂਟ ਸਾਡਾ ਕਾਹਤੋਂ ਵੱਖਰਾ ਆ। ਜਿਹੜਾ ਬੰਦੇ ਨੇ ਪਹਿਲੇ ਨੇ ਰੂਲ ਭੰਨਿਆ, ਉਹਨੇ ਦੂਸਰੇ ਨੇ ਭੰਨਿਆ, ਹੈ ਨਾ। ਤੁਸੀਂ ਕਿਉਂ ਇਦਾਂ ਕਰਦੇ ਆ? ਅਸੀਂ ਹਿਊਮਨ ਰਾਈਟਸ ਨੂੰ ਲੈ ਕੇ, ਅਸੀਂ ਆਪਣੇ ਕੰਮ ਨੂੰ ਲੈ ਕੇ ਸੰਜੀਦਾ ਨਹੀਂ ਹੈਗੇ, ਅਸੀਂ ਪਿਆਰ ਨਹੀਂ ਕਰਦੇ। ਤੇ ਫਿਰ ਪੁਲਿਸ ਵਾਲਿਆਂ ਨੂੰ ਹਿਊਮਨ ਰਾਈਟਸ ਦਾ ਪਤਾ, ਜਿਹੜੇ ਇੱਥੇ ਡਿਊਟੀ ਤੇ ਖੜੇ, ਪਹਿਲਾਂ ਬੰਦਾ ਆਉਂਦਾ ਉਹਨੂੰ 4 ਚਪੇੜਾਂ ਛੱਡਦੇ ਨੇ, ਫਿਰ ਪਤਾ ਲੱਗਦਾ ਬੰਦਾ ਇਹ ਨਹੀਂ ਸੀ, ਬੰਦਾ ਤਾਂ ਦੂਜਾ ਸੀ ਜਿਹਨੂੰ 4 ਚਪੇੜਾਂ ਛੱਡਣੀਆਂ ਸੀ, ਉਹਨੂੰ ਐਵੇਂ ਪੈ ਗਈਆਂ।
ਇੱਥੇ ਕਿਹੜਾ ਹਿਊਮਨ ਰਾਈਟਸ, ਇੱਥੇ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਹਿਊਮਨ ਰਾਈਟਸ ਕਿਹੜੇ ਹੁੰਦੇ ਨੇ ਤੇ ਉਹਨਾਂ ਨੇ ਕੀ ਉਹਨਾਂ ਦੀ ਪਾਲਣਾ ਕਰਨੀ ਹੈ। ਵਾਕਈ ਚਲੋ ਫਿਲਹਾਲ ਮੈਨੂੰ ਲੱਗਦਾ ਕਿ ਸਾਡੇ ਕੋਲੇ ਵੀ ਹੁਣ ਸਮਾਂ ਜਿਹੜਾ ਘਟ ਗਿਆ। ਸਮਾਂ ਬਸ ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰ ਲਈਏ ਕਿ ਜਿਹੜੇ ਸਾਡੇ ਵਿਊਜ਼ ਨੇ, ਤੁਸੀਂ ਵੀ ਵਿਊਜ਼ ਦਿੰਦੇ ਹੋ, ਮੈਂ ਵੀ ਵਿਊਜ਼ ਦਿੰਦਾ, ਤੇ ਤੁਸੀਂ ਵੀ ਆਪਣੇ ਵਿਊਜ਼ ਦਿਓ, ਕਿਉਂਕਿ ਅਸੀਂ ਹਰ ਨਿਊਜ਼ ਨੂੰ ਅਲੱਗ-ਅਲੱਗ ਵਿਊਜ਼ ਤੋਂ ਘੋਖਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਨੂੰ ਆਪਣੇ ਵਿਊਜ਼ ਭੇਜੋ, ਇਨਬਾਕਸ ਕਰੋ ਕਿ ਤੁਸੀਂ ਵੀ ਵੱਖ-ਵੱਖ ਖਬਰਾਂ ਦੇ ਵਾਸਤੇ ਕੀ ਨਜ਼ਰੀਆ ਰੱਖਦੇ ਹੋ। ਫਿਲਹਾਲ ਮੈਨੂੰ ਤੇ ਸੰਜੀਵ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।